ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ
ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਵਾਹਿਗੁਰੂ ਸਾਹਿਬ ਜੀਓ। ਦੋਨੋਂ ਹੱਥ ਜੋੜ ਹੋਏ ਦੀਨ, ਪਰਮ ਪ੍ਰੇਮ ਤੇ ਬੰਧਨ ਕੀਨ। ਨਿਜ ਸੇਵਕ ਲਖ ਲੀਨ ਬੁਲਾਈ, ਮੈਂ ਅਗਿਆਨੀ ਲਖਾਂ ਨ ਕਾਈ। ਦੋਨੋਂ ਹੱਥ ਜੋੜ ਹੋਏ ਦੀਨ, ਪਰਮ ਪ੍ਰੇਮ ਤੇ ਬੰਧਨ ਕੀਨ। ਨਿਜ ਸੇਵਕ ਲਖ ਲੀਨ ਬੁਲਾਈ, ਮੈਂ ਅਗਿਆਨੀ ਲਖਾਂ ਨ ਕਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਆਪ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਸ਼ਬਦਾ ਅਵਤਾਰ ਕਰੁਣਾ ਨਿਧਾਨ ਦੀਨ ਦਇਆਲ ਦਇਆ ਸਿੰਧ ਨਿਹਚਲ ਚੌਰ ਛਤਰ ਤਖਤ ਕੇ ਮਾਲਕ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾ ਰਹੇ ਹੋ। ਸਤਿਗੁਰਾਂ ਦੀ ਬਹੁਤ ਦਇਆ ਹੋ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਗੁਰੂ ਦਰਬਾਰਾਂ ਅੰਦਰ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ ਲੜੀਵਾਰ ਰੂਪ ਅੰਦਰ ਆਪਾਂ ਨੂੰ ਸ਼ਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ। ਨਿਤਾ ਪ੍ਰਤੀ ਕੰਮਾਂ ਕਾਰਾਂ ਨੂੰ ਸੰਕੋਚਦਿਆਂ ਹੋਇਆਂ ਆਪ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦੇ ਹੋ। ਗੁਰਸਿੱਖ ਮੀਤ ਚੱਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤੋ ਇਹੋ ਜੀ ਪਾਵਨ ਪਵਿੱਤਰ ਉਜਲ ਅੰਮ੍ਰਿਤ ਰੂਪ ਗਾਥਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਜੀਵਨ ਪ੍ਰਸੰਗ ਆਪਾਂ ਸ਼ਰਵਣ ਕਰ ਰਹੇ ਹਾਂ, ਜਿਸ ਵਿੱਚ ਮਹਾਨ ਕਰਨੀ ਵਾਲੇ ਸਿੱਖਾਂ ਦੀ ਕਥਾ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਹੈ। ਕੱਲ੍ਹ ਦੀ ਬਾਣ ਵਿੱਚ ਭਾਈ ਬਹਿਲੋ ਜੀ ਦਾ ਪ੍ਰਸੰਗ ਆਪਾਂ ਸ਼ਰਵਣ ਕੀਤਾ ਹੈ। ਮਾਲਵੇ ਅੰਦਰ ਭਾਈ ਖੇਪਾ ਫਰੇ ਨਗਰ ਦਾ ਇਹ ਜ਼ਮੀਂਦਾਰ ਨਾਮ ਬਹਿਲੋ ਹੈ, ਸਾਖੀ ਸਰਵਰ ਦਾ ਬੜਾ ਵੱਡਾ ਪੁਜਾਰੀ ਹੈ, ਜਿਹਨੂੰ ਪੰਜਾਬ ਅੰਦਰ ਅਜੋਕੇ ਸਮੇਂ ਵਿੱਚ ਲਾਲਾਂ ਵਾਲਾ ਪੀਰ ਆਖਦੇ ਹੈ, ਤੇ ਬੜੀ ਸਖੀ ਸਰਵਰੀਆਂ ਦੀ ਮੰਡਲੀ ਲੈ ਲੈ ਕੇ ਨਗਾਏ ਜਾਂਦਾ ਹੈ। ਪਰ ਵਾਸਤਵ ਵਿੱਚ ਇਹ ਹੈ ਗੁਰੂ ਘਰ ਦਾ ਪੁਰਾਣਾ ਸਿੱਖ ਪਿਛਲੇ ਜਨਮਾਂ ਵਿੱਚ। ਜਿਸ ਕਰਕੇ ਸਾਧ ਸੰਗਤ ਦੀ ਗੁਰੂ ਨੂੰ ਲਾਜ ਹੁੰਦੀ ਹੈ ਆਪਦੇ ਸਿੱਖ ਦੀ, ਵੀ ਗੁਰੂ ਕਾ ਸਿੱਖ ਹੋ ਕਰਕੇ, ਕਿਉਂਕਿ ਗੁਰੂ ਕਾ ਸਿੱਖ ਹੋਣਾ ਹੀ ਬਹੁਤ ਵੱਡਾ ਭਾਗ ਹੈ।
ਤੇ ਗੁਰੂ ਕਾ ਸਿੱਖ ਇਸ ਤਰ੍ਹਾਂ ਫਿਰ ਜਦੋਂ ਰੁਲਦਾ ਹੈ, ਪਾਤਸ਼ਾਹ ਮਹਾਰਾਜ ਨੂੰ ਲਾਜ ਹੈ ਆਪਣੇ ਸਿੱਖ ਦੀ। ਸੱਚੇ ਪਾਤਸ਼ਾਹ ਜੀਆਂ ਨੇ ਉਹ ਇਹਨੂੰ ਹੁਕਮ ਭੇਜਿਆ ਕਿ ਅੰਮ੍ਰਿਤਸਰ ਸਾਹਿਬ ਪਹੁੰਚੋ, ਪਾਵਨ ਸਰੋਵਰ ਦੀ ਸੇਵਾ ਚੱਲ ਰਹੀ ਹੈ। ਇਹਨੂੰ ਜਦੋਂ ਹੁਕਮਨਾਮਾ ਮਹਾਰਾਜ ਦਾ ਮਿਲਿਆ, ਵੇਖ ਕੇ ਹੈਰਾਨ ਹੋਇਆ ਤੇ ਆਏ ਸਿੱਖ ਨੂੰ ਆਖਿਆ ਵੀ ਮੈਂ ਨਹੀਂ ਜਾਣਦਾ ਗੁਰੂ ਅਰਜਨ ਦੇਵ ਕੌਣ ਹੈ, ਮੈਂ ਸੁਣਿਆ ਪਹਿਲੀ ਵਾਰ ਹੈ, ਬਾਕੀ ਤੂੰ ਆਪ ਸਿਆਣਾ ਵੀ ਮੈਂ ਸਰਵਰ ਨੂੰ ਪੂਜਦਾ, ਪੀਰ ਨੂੰ, ਤੇ ਉਹਦਾ ਮੁੱਖ ਮੈਂ ਪ੍ਰਚਾਰਕ ਹਾਂ, ਬੜੀ ਸੰਗਤ ਲੈ ਕੇ ਮੈਂ ਨਗਾਏ ਜਾਂਦਾ। ਇੱਥੋਂ ਦੇ ਮਾਲਵੇ ਵਿੱਚ ਬੜੇ ਨਗਰ ਮੇਰਾ ਸਤਿਕਾਰ ਕਰਦੇ ਆ, ਸਾਰੇ ਮੇਰੇ ਚਰਨੀ ਪੈਂਦੇ ਆ, ਮੇਰਾ ਬੜਾ ਮਾਣ ਸਨਮਾਨ ਹੈ। ਬਾਕੀ ਤੂੰ ਦੱਸ ਵੀ ਸਿੱਖਾ ਵੀ ਜਿੱਥੇ ਜਾਣ ਪਛਾਣ ਨਾ ਹੋਵੇ, ਮਿਲੇ ਨਾ ਹੋਈਏ ਕਦੇ, ਉਹਦੇ ਸਦੇ ਤੇ ਕਿਵੇਂ ਜਾਈਦਾ। ਬਾਕੀ ਮੈਨੂੰ ਪੀਰ ਨੇ ਬਹੁਤ ਕੁਝ ਦਿੱਤਾ, ਤੇ ਜੇ ਮੇਰਾ ਮਾਣ ਸਤਿਕਾਰ ਹੋ ਰਿਹਾ ਇੰਨਾ ਵੀ ਅੰਮ੍ਰਿਤਸਰ ਮੈਂ ਕੀ ਕਰਨ ਜਾਵਾਂ, ਕਿਉਂਕਿ ਚਾਹੇ ਮੂਰਖ ਵੀ ਹੈ ਉੱਥੇ ਹੀ ਜਾਊਗਾ ਜਿੱਥੇ ਉਹਨੂੰ ਕੋਈ ਲਾਭ ਦਿਸਦਾ। ਜੇ ਇਸ ਕਰਕੇ ਭਾਈ ਮੈਂ ਨਹੀਂ ਜਾਵਾਂਗਾ। ਸਿੱਖ ਨੇ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਅਰਦਾਸ ਕੀਤੀ, ਮਹਾਰਾਜ ਐਵੇਂ ਬਿਅਰਥੀ ਹੁਕਮਨਾਮਾ ਭੇਜਿਆ ਤੁਸਾਂ। ਬੈਲੋ ਕਹਿੰਦਾ ਵੀ ਮੈਂ ਤਾਂ ਪੀਰ ਨੂੰ ਮੰਨਦਾ, ਸਖੀ ਸਰਵਰ ਨੂੰ, ਲਾਲਾਂ ਵਾਲੇ ਨੂੰ, ਤੇ ਮੈਂ ਨਹੀਂ ਜਾਣਦਾ ਕਿਸੇ ਅਰਜੁਨ ਦੇਵ ਗੁਰੂ ਨੂੰ, ਇਸ ਕਰਕੇ ਮੈਂ ਅੰਮ੍ਰਿਤਸਰ ਸਾਹਿਬ ਨਹੀਂ ਆਵਾਂਗਾ, ਬਣਦਾ ਹੀ ਨਹੀਂ ਮੇਰਾ ਆਉਣਾ। ਗਰੀਬ ਨਵਾਜ ਹੱਸ ਕੇ ਫਿਰ ਕਹਿੰਦੇ ਆ ਕਿ ਕਿਉਂਕਿ ਭਾਈ ਬੈਲੋ ਇਹ ਵੀ ਕਹਿੰਦਾ, ਸਿੱਖ ਦੱਸਦਾ ਜਿਵੇਂ ਵੀ ਮਹਾਰਾਜ ਉਹ ਕਹਿੰਦਾ ਵੀ ਜੇ ਮੂਰਖ ਵੀ ਹੋਵੇ ਉਹ ਵੀ ਕੁਝ ਲਾਭ ਵੇਖ ਕੇ ਹੀ ਆਉਂਦਾ ਹੈ, ਵੀ ਮੈਨੂੰ ਅੰਮ੍ਰਿਤਸਰ ਸਾਹਿਬ ਆਉਣ ਦਾ ਕੀ ਲਾਹਾ। ਮਹਾਰਾਜ ਕਹਿੰਦੇ ਕੋਈ ਨਾ, ਇੱਕ ਵਾਰੀ ਫੇਰ ਜਾ। ਸਤਿਗੁਰਾਂ ਹੁਕਮ ਲਿਖ ਕੇ ਫੇਰ ਭੇਜ ਦਿੱਤਾ, ਫਿਰ ਸਿੱਖ ਗਿਆ। ਭਾਈ ਬੈਲੋ ਦਾ ਫੇਰ ਉਹੀ ਜਵਾਬ ਵੀ ਮੈਂ ਕਿਵੇਂ ਜਾਵਾਂ। ਇਸ ਵਾਰੀ ਮਹਾਰਾਜ ਨੇ ਲਿਖ ਕੇ ਭੇਜਿਆ ਵੀ ਤੂੰ ਸਾਡੇ ਪਿਛਲੇ ਜਨਮਾਂ ਤੋਂ ਸਿੱਖ ਰਿਹਾ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ। ਹੁਣ ਚਾਹੇ ਅਗਿਆਨ ਕਰਕੇ ਨਾ ਜਾਣਦਾ, ਹੁਣ ਕਰਕੇ ਤੂੰ ਮੜੀਆਂ ਨੂੰ ਪੂਜਦਾ ਫਿਰਦਾ, ਪਰ ਸਾਨੂੰ ਸਿੱਖ ਦੀ ਲਾਜ ਹੁੰਦੀ ਹੈ, ਕਿਉਂਕਿ ਗੁਰੂ ਨੂੰ ਸਾਧ ਸੰਗਤ ਦੀ ਸਿੱਖ ਦੀ ਲਾਜ ਹੈ ਨਾ। ਜਿਵੇਂ ਉਹ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਜੀਵਨ ਦਾ ਬਿਰਤਾਂਤ ਇਸੇ ਗ੍ਰੰਥ ਵਿੱਚ ਅੱਗੇ ਆਵੇਗਾ। ਧੰਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬਾਬਾ ਧਰਮ ਸਿੰਘ ਵਰਗਿਆਂ ਨੂੰ ਕਹਿੰਦੇ ਆ ਕਿ ਆਹ ਰੁੱਖ ਜਿਹੜਾ ਖੜਾ ਹੈ ਇਹਦੇ ਉੱਪਰ ਚੜ੍ਹੋ, ਉੱਤੇ ਆਲਣੇ ਦੇ ਵਿੱਚ ਕਾਂ ਕੌਣੀ ਦੇ ਬੱਚੇ ਹੋਣਗੇ, ਤੇ ਉੱਤੇ ਚੜ੍ਹ ਕੇ ਜਦੋਂ ਇਹ ਤੈਨੂੰ ਵੇਖਣਗੇ ਤੇ ਜਿਹੜਾ ਮੂੰਹ ਅੱਡ ਕੇ ਬੱਚਾ ਤੇਰੇ ਵੱਲ ਆਵੇਗਾ ਉਹਦੀ ਫੜ ਕੇ ਤੇ ਗਰਦਨ ਮਰੋੜ ਦੇਈਂ, ਉਹਨੂੰ ਮਾਰ ਦੇਈਂ। ਭਾਈ ਧਰਮ ਸਿੰਘ ਜੀ ਚੜ੍ਹੇ ਦਰਖਤ ਉੱਪਰ, ਦੋ ਬੱਚੇ ਕੌਣੀ ਦੇ ਇੱਕ ਨੇ ਮੂੰਹ ਅੱਡਿਆ ਤੇ ਭਾਈ ਧਰਮ ਸਿੰਘ ਜੀ ਵੱਲ ਵੇਖਦਾ, ਰੌਲਾ ਪਾਉਣ ਲੱਗਿਆ। ਤੇ ਭਾਈ ਧਰਮ ਸਿੰਘ ਜੀ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਉਹਦੀ ਗਰਦਨ ਮਰੋੜ ਦਿੱਤੀ, ਮਾਰ ਦਿੱਤਾ। ਹੇਠਾਂ ਉਤਰ ਕੇ ਫਿਰ ਮਨ ਵਿੱਚ ਸ਼ੰਕਾ ਆਇਆ, ਏ ਜਗਿਆਸਾ ਉੱਠੀ ਪੁੱਛਣ ਦੀ, ਮਹਾਰਾਜ ਵੀ ਕੀ ਕਾਰਨ ਹੈ ਵੀ ਤੁਸੀਂ ਆਖਿਆ ਵੀ ਇਹਨੂੰ ਮਾਰੋ। ਚਲੋ ਮਹਾਰਾਜ ਤੁਹਾਡਾ ਹੁਕਮ ਮੰਨ ਕੇ ਕਰ ਦਿੱਤਾ ਜੋ ਤੁਸੀਂ ਆਖਿਆ, ਪਰ ਕਿਉਂ ਇਹ ਕਾਂ ਦਾ ਬੱਚਾ ਸਾਥੋਂ ਮਰਵਾਇਆ। ਗਰੀਬ ਨਵਾਜ ਕਹਿੰਦੇ ਭਾਈ ਇਹ ਸਾਡੇ ਘਰ ਦਾ ਸਿੱਖ ਸੀ, ਪਿਛਲੇ ਜਾਮੇ ਵਿੱਚ ਲਾਂਗਰੀ ਸੀ,
ਤੇ ਲੰਗਰ ਵਿੱਚ ਉਹ ਦਾਲ ਸਬਜ਼ੀ ਵਰਤਾਉਂਦਾ ਸੀ, ਪ੍ਰਸ਼ਾਦੇ। ਕੋਈ ਦੂਰੋਂ ਸੰਗਤ ਆਈ, ਉਹਦੇ ਵਿੱਚ ਕੋਈ ਪੁੱਜਿਆ ਗੁਰਸਿੱਖ ਮਹਾਤਮਾ ਸੰਗਤ ਵਿੱਚ ਆਇਆ ਸੀ ਦੂਰੋਂ ਚੱਲ ਕੇ। ਤੇ ਉਹ ਸਿੱਖ ਦਾਲ ਵਰਤਾਉਂਦਾ ਤੇ ਇਸ ਤਰ੍ਹਾਂ ਕਿਸੇ ਗੱਲੋਂ ਕੋ ਬੋਲ ਬਾਲਾ ਹੋਇਆ, ਤੇ ਇਹ ਉਹ ਸੰਗਤ ਵਿੱਚ ਆਏ ਸੰਗਤੀਏ ਕਿਸੇ ਮਹਾਂਪੁਰਖ ਸਿੱਖ ਨੂੰ ਕਹਿੰਦਾ ਵੀ ਕਿਉਂ ਕਾਂ ਵਾਂਗੂ ਰੌਲਾ ਪਾਇਆ ਹੈ। ਤੇ ਇਹ ਅਜੇ ਕੱਚਾ ਸੀ। ਉਹ ਅੱਗੋਂ ਜਿਹੜਾ ਪੰਗਤ ਵਿੱਚ ਬੈਠਾ ਸੀ ਉਹ ਕੋਈ ਪੂਰੀ ਕਰਨੀ ਵਾਲਾ ਸੀ, ਧਰਮਾਤਮਾ ਸੀ, ਬੰਦਗੀ ਵਾਲਾ। ਉਹ ਕਹਿੰਦਾ ਮੈਂ ਕਿਉਂ ਕਾਂ ਆ ਭਾਈ, ਕਾਂ ਤਾਂ ਤੂੰ ਹੈ। ਵੀ ਗੁਰੂ ਕੇ ਘਰ ਰਹਿ ਕੇ ਵੀ ਤੇਰੀ ਮੱਤ ਉਹ ਕਾਂ ਵਾਲੀ ਰਹੀ ਨਾ, ਇੱਥੇ ਵੀ ਤੂੰ ਚਾਂ ਚਾਂ ਰੌਲਾ ਵੀ ਅਸੀਂ ਤਾਂ ਕਦੇ ਦਰਸ਼ਨ ਕਰਨ ਆਉਣੇ ਆ। ਤੂੰ ਮਹਾਰਾਜ ਦੇ ਘਰ ਵਿੱਚ ਰਹਿ ਕੇ ਤੇਰੀ ਕਾਂ ਵਾਲੀ ਬਿਰਤੀ ਰਹੀ, ਆਪਦੀ ਆਦਤ ਨਾ ਛੱਡੀ, ਤੈਨੂੰ ਸਹਿਜ ਨਾ ਆਇਆ, ਬੋਲਣਾ ਨਹੀਂ ਆਇਆ। ਉਹਦੇ ਬਚਨ ਹੀ ਇਹੋ ਜਿਹੇ ਸੀ, ਸਿੱਖ ਪੂਰਾ ਸੀ ਉਹ। ਫਿਰ ਇਹ ਕਾਂ ਜੂਨੀ ਨੂੰ ਪ੍ਰਾਪਤ ਹੋਇਆ ਚੜ੍ਹਾਈ ਕਰਕੇ। ਪਰ ਮਹਾਰਾਜ ਕਹਿੰਦੇ ਹੁਣ ਸਾਨੂੰ ਸਿੱਖ ਦੀ ਲਾਜ ਹੈ ਵੀ ਅਜੇ ਤਾਂ ਬੱਚਾ ਹੈ, ਚਲੋ ਜਾਮਾ ਵੀ ਇਹਦਾ ਪੂਰਾ ਹੋ ਗਿਆ, ਵੀ ਜੇ ਵੱਡਾ ਹੋਊ ਤੇ ਗੰਦ ਖਾਊਗਾ। ਕਾਂ ਦਾ ਸੁਭਾਅ ਹੁੰਦਾ ਗੰਦ ਖਾਣਾ। ਚਲੋ ਸਿੱਖੋ ਮਹਾਂਪੁਰਖ ਦੇ ਬਚਨ ਵੀ ਹੁਣ ਪੂਰੇ ਹੋ ਗਏ, ਮਰਵਾਇਆ ਅਸੀਂ ਤਾਂ ਇਹਨੂੰ ਵੀ ਹੁਣ ਵੱਡਾ ਹੋ ਕੇ ਗੰਦ ਨਾ ਖਾਵੇ। ਇਸ ਲਈ ਸਾਨੂੰ ਲਾਜ ਹੈ ਭਾਈ ਆਪਦੇ ਸਿੱਖ ਦੀ। ਇਸ ਤਰ੍ਹਾਂ ਇਹ ਭਾਈ ਬਹਿਲੋ ਪਿਛਲੇ ਸਮੇਂ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਦਰ ਕਰਦੇ ਸਿੱਖ ਰਹੇ ਆ, ਜਿਸ ਕਰਕੇ ਮਹਾਰਾਜ ਨੇ ਦੂਜੀ ਵਾਰੀ ਫੇਰ ਹੁਕਮ ਭੇਜਿਆ। ਗਰੀਬ ਨਵਾਜ ਕਹਿੰਦੇ ਭਾਈ ਬਹਿਲੋ ਆ ਜਾ ਇੱਥੇ, ਬੜੇ ਜਨਮ ਮੁਕਤੀ ਮੰਗਦਾ ਰਹੇ ਹੋ, ਹੁਣ ਸਮਾਂ ਆਇਆ ਤੇਰੀ ਪਿਛਲੀ ਸੇਵਾ ਦਾ, ਕਿਉਂਕਿ ਹਰੇਕ ਦਾਨ ਵਰਦਾਨ ਦੀ ਪ੍ਰਾਪਤੀ ਦਾ ਸਮਾਂ ਹੁੰਦਾ। ਹੁਣ ਸਮਾਂ ਲੈ ਜਾ ਆਪਦੀ ਸੇਵਾ ਦਾ ਫਲ, ਤੈਨੂੰ ਮੁਕਤ ਕਰ ਦਈਏ। ਇਹਨੇ ਫਿਰ ਸਿੱਖ ਨੂੰ ਆਖਿਆ ਸੀ ਵੀ ਮੈਂ ਕਿਵੇਂ ਮੰਨਾਂ ਵੀ ਮੈਂ ਪਿਛਲੇ ਸਮੇਂ ਵਿੱਚ ਮਹਾਰਾਜ ਦਾ ਸਿੱਖ ਰਿਹਾ, ਜਾਂ ਤਾਂ ਮਹਾਰਾਜ ਮੈਨੂੰ ਕੋਈ ਪਿਛਲੇ ਜਨਮ ਦੀ ਨਿਸ਼ਾਨੀ ਵਿਖਾਉਣ, ਕੁਝ ਦੱਸਣ। ਸਿੱਖ ਦੂਜੀ ਵਾਰੀ ਫਿਰ ਅੰਮ੍ਰਿਤਸਰ ਸਾਹਿਬ ਪਹੁੰਚਿਆ, ਮਹਾਰਾਜ ਨੂੰ ਆਖਿਆ ਵੀ ਉਹ ਬਹਿਲੋ ਨਾਮ ਦਾ ਜੱਟ ਐਂ ਕਹਿੰਦਾ। ਮਹਾਰਾਜ ਨੇ ਫਿਰ ਇੱਕ ਚਿੱਠੀ ਵਿੱਚ ਉਹਦੇ ਜਨਮ ਦੀਆਂ ਕੁਝ ਘਟਨਾਵਾਂ ਵਿਸ਼ੇਸ਼ ਲਿਖ ਕੇ ਤੇ ਭੇਜ ਦਿੱਤਾ ਵੀ ਇਹਨੇ ਇਸ ਜਨਮ ਵਿੱਚ ਆਹ ਸੀ, ਇਸ ਜਨਮ ਵਿੱਚ ਇਸ ਤਰ੍ਹਾਂ ਕੌਤਕ ਵਰਤਿਆ। ਜਾ ਕੇ ਚਿੱਠੀ ਖੋਲੀ, ਵੇਖ ਕੇ ਬੜਾ ਹੈਰਾਨ ਹੋਇਆ ਵੀ ਵਾਕਿਆ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੂਰੇ ਸੂਰੇ ਹਨ। ਆਖਿਆ ਸਿੱਖਾ ਵੀ ਹੁਣ ਮੇਰਾ ਬਣਦਾ ਵੀ ਹੈ ਜਾਣਾ ਅੰਮ੍ਰਿਤਸਰ ਸਾਹਿਬ। ਠੀਕ ਆ, ਮੈਨੂੰ ਭਰੋਸਾ ਹੈ ਵੀ ਮੈਂ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦਾ ਪਿਛਲੇ ਸਮੇਂ ਤੋਂ ਸਿੱਖ ਰਿਹਾ ਹੋਵਾਂਗਾ, ਪਰ ਮੈਨੂੰ ਬੜੀ ਸੰਗਤ ਇੱਥੇ ਮਾਲਵੇ ਦੀ ਪੂਜਦੀ ਹੈ, ਜਿਹਦੀ ਸਾਰੀ ਉਮਰ ਮੈਂ ਪੂਜਾ ਕੀਤੀ ਹੈ ਲਾਲਾਂ ਵਾਲੇ ਪੀਰ ਦੀ। ਮੈਂ ਹੁਣ ਉਹਦਾ ਵੀ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦਾ ਤਾਂ ਪਤਰਿਆਵਾ ਲੈ ਲਿਆ ਨਾ ਭਾਈ ਬਹਿਲੋ ਨੇ, ਤੇ ਮਹਾਰਾਜ ਨੇ ਦੱਸ ਦਿੱਤਾ ਵੀ ਇਸ ਤਰ੍ਹਾਂ ਤੁਸੀਂ ਪਿਛਲੇ ਜਨਮਾਂ ਵਿੱਚ। ਤੇ ਕਹਿੰਦਾ ਜਿਹਦੀ ਸਾਰੀ ਉਮਰ ਮੈਂ ਪੂਜਾ ਕੀਤੀ ਹੈ ਸਖੀ ਸਰਵਰ ਦੀ, ਨਗਾਏ ਜਾ ਜਾ ਕੇ ਚੌਂਕੀਆਂ ਭਰੀਆਂ, ਹੁਣ ਉਹਦੀ ਪਰਖ ਕਰਾਂ ਮੈਂ। ਤੇ ਫਿਰ ਕਹਿਣ ਲੱਗਾ ਵੀ ਮੈਂ ਹੁਣ ਜਾਵਾਂਗਾ ਅੰਮ੍ਰਿਤਸਰ ਸਾਹਿਬ, ਵੀ ਜੇ ਤਾਂ ਮੈਨੂੰ ਰਾਹ ਵਿੱਚ ਵਿਘਨ ਪਾਤਾ ਪੀਰ ਨੇ, ਕੋਈ ਮੇਰਾ ਨੁਕਸਾਨ ਕਰ ਦੇਵੇ, ਜਾਂ ਕੋਈ ਮਨ ਵਿੱਚ ਖਿਆਲ ਹੀ ਐਸਾ ਲਿਆਵੇ ਵੀ ਮੈਂ ਅੰਮ੍ਰਿਤਸਰ ਪਹੁੰਚਾਂ ਨਾ, ਜੇ ਕੋਈ ਵਿਘਨ ਪੈ ਗਿਆ ਤੇ ਮੈਂ ਰਾਹ ਚੋਂ ਮੁੜ ਆਵਾਂਗਾ, ਨਹੀਂ ਜਾਵਾਂਗਾ। ਪਰ ਜੇ ਕੋਈ ਵਿਘਨ ਨਾ ਪਾਇਆ ਤੇ ਸਮਝਾਂਗਾ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਮੱਲੋ ਮੱਲੀ ਖਿੱਚ ਕੇ ਆਪਦਾ ਸਿੱਖ ਹੋਣ ਦੇ ਨਾਂ ਤੇ ਬਲ ਨਾਲ ਹੀ ਮੈਨੂੰ ਅੰਮ੍ਰਿਤਸਰ ਸਾਹਿਬ ਲੈ ਗਏ ਆ। ਇਹ ਵਿਚਾਰ ਕਰਕੇ ਸਿੱਖ ਦੇ ਨਾਲ ਤੁਰਿਆ। ਤੇ ਜਿਹੜਾ ਉਹ ਭੇਖ ਹੁੰਦਾ ਨਾ, ਉਹ ਸਰੀਰ ਦਾ ਕੱਪੜਾ ਭੇਖ, ਉਹ ਪਹਿਰਾਵਾ ਉਹੀ ਪੀਰਾਂ ਦੇ ਪੁਜਾਰੀਆਂ ਵਾਲਾ ਹੀ ਰੱਖਿਆ। ਤੇ ਸਿੱਖ ਨੇ ਫਿਰ ਪੁੱਛਿਆ ਵੀ ਤੂੰ ਨਾਲੇ ਅੰਮ੍ਰਿਤਸਰ ਸਾਹਿਬ ਚੱਲਿਆ ਤੇ ਹੁਣ ਤਾਂ ਇਹਦਾ ਖਹਿੜਾ ਛੱਡ ਦੇ ਪੀਰ ਦਾ। ਕਹਿੰਦਾ ਨਾ ਜੀ, ਅਜੇ ਇੱਕ ਵਾਰੀ ਪਰਖ ਹੋਰ ਕਰ ਲਈਏ। ਉਹ ਪਰਖ ਐ ਆ ਵੀ ਮਨ ਵਿੱਚ ਵਿਚਾਰ ਮੈਂ ਪ੍ਰਤੱਗਿਆ ਲਈ ਹੈ ਵੀ ਜੇ ਤਾਂ ਅਜੇ ਵੀ ਮੈਨੂੰ ਕੋਈ ਰੁਕਾਵਟ ਜਾਂ ਕੋਈ ਪੈ ਗਈ ਐਸੀ ਵੈਸੀ, ਵਿਘਨ ਪੈ ਗਿਆ,
ਦਰਿਆ ਸਤਲੁਜ ਪਾਰ ਕਰਨ ਤੋਂ ਉਰੇ ਉਰੇ, ਤੇ ਫਿਰ ਤਾਂ ਮੈਂ ਇੱਥੋਂ ਹੀ ਮੁੜ ਜਾਵਾਂਗਾ। ਜੇ ਕੋਈ ਨਾ ਇਹੋ ਜਿਹਾ ਕੁਝ ਹੋਇਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੱਡੇ ਜਾਣ ਕੇ ਮੈਂ ਇਹਦਾ ਸਾਰਾ ਕੁਝ ਹੀ ਉਤਾਰ ਕੇ ਤੇ ਇੱਕ ਪਾਸੇ ਫਿਰ ਮੈਂ ਹੋ ਜਾਵਾਂਗਾ, ਫਿਰ ਨਹੀਂ ਮੈਂ ਇਹਨੂੰ ਧਿਆਵਾਂਗਾ। ਤੁਰਿਆ, ਅੱਗੇ ਬੇੜੀ ਆਈ, ਬੇੜੀ ਤੇ ਚੜ੍ਹੇ ਸਿੱਖ ਦੇ ਨਾਲ ਭਾਈ ਬਹਿਲੋ। ਅੱਧ ਵਿੱਚ ਜਾ ਕੇ ਜਦੋਂ ਵੇਖਿਆ ਵੀ ਹੁਣ ਹੈ ਨਹੀਂ ਇਹਨਾਂ ਤਿਲਾਂ ਵਿੱਚ ਤੇਲ, ਜਿਹਦੀ ਸਾਰੀ ਉਮਰ ਪੂਜਾ ਕੀਤੀ, ਉਹਦੀ ਉਹ ਗਲ ਵਿੱਚ ਖਲੜੀ ਪਾਈ ਹੁੰਦੀ, ਜਿਹੜੀਆਂ ਨਿਸ਼ਾਨੀਆਂ ਉਹ ਖੂੰਡੀ ਜੀ ਫੜੀ ਹੁੰਦੀ ਹੈ। ਜਿਹੜੇ ਨਗਾਏ ਗਏ ਉਹਨਾਂ ਨੂੰ ਪਤਾ ਹੋ, ਵੇਖਿਆ ਤਾਂ ਮੈਂ ਵੀ ਨਹੀਂ। ਤੇ ਉਹ ਜਿਹੜੀ ਉਹ ਨਿਸ਼ਾਨੀਆਂ ਹੁੰਦੀਆਂ ਉਹ ਪ੍ਰਚਾਰਕ ਵਾਲੀਆਂ, ਜਿਹੜੀਆਂ ਵੀ ਇਹਨੇ ਭੇਖ ਬਣਾਇਆ, ਉਹ ਲਾਹ ਕੇ ਵਗਾ ਕੇ ਦਰਿਆ ਵਿੱਚ ਸੁੱਟਿਆ। ਕਹਿੰਦਾ ਲੈ ਹੁਣ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਵਾਲੇ ਪਾਸੇ ਹੀ ਹਾਂ, ਕੱਲਿਆਂ ਵਾਲੇ ਪਾਸੇ। ਇੱਥੋਂ ਸਤਲੁਜ ਦਰਿਆ ਪਾਰ ਕਰਕੇ ਭਾਈ ਬਹਿਲੋ ਸਿੱਖ ਦੇ ਨਾਲ ਅੰਮ੍ਰਿਤਸਰ ਸਾਹਿਬ ਪਹੁੰਚਾ। ਜਾਂਦਿਆਂ ਨੂੰ ਸਰੋਵਰ ਦੀ ਪਾਵਨ ਪਵਿੱਤਰ ਸੇਵਾ ਚੱਲ ਰਹੀ ਹੈ, ਬਹੁਤ ਸੰਗਤਾਂ ਦੀ ਭੀੜ ਲੱਗੀ ਹੋਈ ਹੈ, ਸੇਵਾ ਲੱਭਿਆ ਨਹੀਂ ਲੱਭਦੀ। ਇਸ ਤਰ੍ਹਾਂ ਭਾਈ ਬਹਿਲੋ ਜੀਆਂ ਜਾ ਕੇ ਮਹਾਰਾਜ ਦੇ ਦਰਸ਼ਨ ਕੀਤੇ, ਵੰਦਨਾ ਕੀਤੀ। ਇਹ ਪ੍ਰਸੰਗ ਆਪਾਂ ਕੱਲ੍ਹ ਸੁਣਿਆ। ਜਥਾ ਅੱਗੇ ਪ੍ਰਸੰਗ ਆਉਂਦਾ ਹੈ ਭਾਈ ਬਹਿਲੋ ਦੀ ਸੇਵਾ ਦਾ ਪ੍ਰਸੰਗ, ਵੀ ਕਿੰਨੀ ਸੇਵਾ ਭਾਈ ਬਹਿਲੋ ਜੀ ਕਰਦੇ ਰਹੇ ਹੈ ਤੇ ਕੀ ਵਰਦਾਨ ਮਹਾਰਾਜ ਦੇ ਘਰੋਂ ਮਿਲੇ। ਉਹ ਜਿਵੇਂ ਪ੍ਰਸੰਗ ਆਉਂਦਾ ਆਪਾਂ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਗੁਰੂ ਗਰੀਬ ਨਵਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਿਰਦੇ ਵਸਾਓ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕ੍ਰਮ ਕ੍ਰਮ ਪੰਥ ਉਲੰਘਿਓ ਸਾਰਾ। ਇਸ ਤਰ੍ਹਾਂ ਕਵੀ ਜੀ ਫਿਰ ਦੱਸ ਰਹੇ ਹੈ। ਕਰਮ ਕਰਮ ਧੀਰੇ ਧੀਰੇ ਤੁਰਦੇ ਹੋਏ ਭਾਈ ਬਹਿਲੋ ਜੀ ਸਿੱਖ ਦੇ ਨਾਲ ਤੇ ਸਾਰਾ ਰਸਤਾ ਲੰਘ ਕੇ ਅੰਮ੍ਰਿਤਸਰ ਸਾਹਿਬ ਵੱਲ ਨੂੰ ਆਏ ਪਹੁੰਚਿਓ ਗੁਰ ਦਰਬਾਰਾ। ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਘਰ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਆਣ ਪਹੁੰਚੇ ਐ। ਬੈਠੇ ਜਿਹ ਠਾਂ ਪੁਰਖ ਕਿਰਪਾਲ। ਜਿੱਥੇ ਪੁਰ ਨਗਰਾਂ ਨਗਰਾਂ ਵਿੱਚ ਖੈ ਜਿਹੜੇ ਵਿਆਪਕ ਹੈ, ਪੋ ਨਰਕਾਂ ਤੋਂ ਰੱਖਿਆ ਕਰਨ ਵਾਲੇ ਅਕਾਲ ਪੁਰਖ ਦਾ ਸਰਗੁਣ ਸਰੂਪ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਬੈਠੇ ਹੋਏ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾ ਰਹੇ ਹਨ। ਕਰਹਿ ਖਨਾਵਨ ਅੰਮ੍ਰਿਤ ਤਾਲ। ਤੇ ਬਹੁਤ ਸੰਗਤਾਂ ਸੇਵਾ ਕਰਨ ਲੱਗੀਆਂ ਹੋਈਆਂ। ਧੰਨ ਗੁਰੂ ਅਰਜਨ ਦੇਵ ਜੀ ਆਪ ਪਾਸ ਬੈਠੇ ਹੋਏ ਸੰਗਤਾਂ ਤੋਂ ਸੇਵਾ ਕਰਵਾ ਰਹੇ। ਸਰੋਵਰ ਦੀ ਖੁਦਾਈ ਦੀ ਸੇਵਾ ਚੱਲ ਰਹੀ ਹੈ। ਦੋਨਾਂ ਹੱਥ ਜੋੜ ਹੋਏ ਦੀਨ। ਇਹ ਭਾਈ ਬਹਿਲੋ ਪਹੁੰਚੇ ਅੰਮ੍ਰਿਤਸਰ ਸਾਹਿਬ, ਸਤਿਗੁਰਾਂ ਦੇ ਦਰਸ਼ਨ ਕੀਤੇ ਦੋਵੇਂ ਹੱਥ ਜੋੜ ਕੇ, ਤੇ ਬੜਾ ਨਿਮਾਣਾ ਬਣਿਆ ਹੈ। ਪਰਮ ਪ੍ਰੇਮ ਤੇ ਬੰਧਨ ਕੀਨ। ਵੱਡਾ ਹੀ ਪ੍ਰੇਮ ਹੈ। ਕਵੀ ਜੀ ਕਹਿੰਦੇ ਇਹਦੇ ਮਨ ਵਿੱਚ ਵੱਡੇ ਪ੍ਰੇਮ, ਡਾਢੇ ਪ੍ਰੇਮ ਨਾਲ ਹਜ਼ੂਰ ਨੂੰ ਮੱਥਾ ਟੇਕਿਆ, ਬੰਦਨਾ ਕੀਤੀ ਹੈ। ਨਿਜ ਸੇਵਕ ਲਖ ਲੀਨ ਬੁਲਾਈ। ਤੇ ਬੋਲਣ ਲੱਗਿਆ ਭਾਈ ਬਹਿਲੋ, ਹੇ ਸੱਚੇ ਪਾਤਸ਼ਾਹ, ਮਹਾਰਾਜ ਮੈਨੂੰ ਆਪਦੇ ਦਰ ਘਰ ਦਾ ਸੇਵਕ, ਪਿਛਲੇ ਜਨਮਾਂ ਦਾ ਸਿੱਖ ਸੇਵਕ ਜਾਣ ਕੇ ਮੇਰੀ ਲਾਜ ਰੱਖੀ। ਮਹਾਰਾਜ ਤੁਸੀਂ ਆਪਦੇ ਪਾਸ ਬੁਲਾ ਹੀ ਲੈਣਾ ਕੀਤਾ ਹੈ। ਮੈਂ ਅਗਿਆਨੀ ਲਖਾਉ ਨ ਕਾਈ। ਬਾਕੀ ਮਹਾਰਾਜ ਮੈਂ ਪਿਛਲੇ ਜਨਮ ਵਿੱਚ ਕੀ ਸਾਂ ਤੇ ਹੁਣ ਕੀ ਮੈਂ ਮੜੀਆਂ ਪੂਜਦਾ ਫਿਰਦਾ। ਮਹਾਰਾਜ ਮੈਂ ਅਗਿਆਨੀ ਹਾਂ। ਅਗਿਆਨੀ ਹੋਣ ਕਰਕੇ ਸੱਚੇ ਪਾਤਸ਼ਾਹ ਜੀ ਮੈਂ ਕੁਝ ਨਹੀਂ ਜਾਣਦਾ ਪਿਛਲੇ ਜਨਮਾਂ ਬਾਰੇ। ਬਿਰਦ ਗਰੀਬ ਨਿਵਾਜ ਤੁਮਾਰੇ। ਪਰ ਮਹਾਰਾਜ ਤੁਸਾਂ ਬਹੁਤ ਦਇਆ ਕੀਤੀ ਹੈ। ਗਰੀਬ ਨਵਾਜ ਤੁਹਾਡਾ ਬਿਰਦ ਹੈ। ਤੁਸੀਂ ਗਰੀਬਾਂ ਨੂੰ, ਪਾਪੀਆਂ ਨੂੰ, ਨੀਚਾਂ ਨੂੰ ਵਡਿਆਉਣ ਵਾਲੇ ਹੋ, ਸੰਭਾਲਣ ਵਾਲੇ ਹੋ। ਸ਼ਰਨਾਗਤ ਕੇ ਨਿਤ ਰਖਵਾਰੇ। ਤੇ ਜਿਹੜਾ ਤੁਹਾਡੀ ਸ਼ਰਨ ਨੂੰ ਆਗਤ ਕਹੀਏ ਪ੍ਰਾਪਤ ਹੁੰਦਾ, ਉਹਦੇ ਸੱਚੇ ਪਾਤਸ਼ਾਹ ਜੀ ਤੁਸੀਂ ਨਿਤਾ ਪ੍ਰਤੀ ਨਿਰੰਤਰ ਇੱਕ ਰਸ ਰਖਵਾਲੇ ਹੁੰਦੇ ਹੋ। ਰਾਵਰ ਕੇਰ ਆਸਰੇ ਆਏ। ਤੇ ਮਹਾਰਾਜ ਮੈਂ ਮਾਲਵੇ ਤੋਂ ਭਾਈ ਬਹਿਲੋ ਸੱਚੇ ਪਾਤਸ਼ਾਹ ਜੀ ਹੁਣ ਤੁਹਾਡੇ ਆਸਰੇ ਹਾਂ।
ਤੁਹਾਡਾ ਆਸਰਾ ਸ਼ਰਨ ਤੱਕ ਕੇ ਆਇਆ ਹਾਂ। ਕੋਟ ਜਨਮ ਨਿਤ ਸੰਕਟ ਪਾਏ, ਕਰੋੜਾਂ ਜਨਮਾਂ ਦੇ ਮਹਾਰਾਜ ਮੈਂ ਨਿਤਾ ਪ੍ਰਤੀ ਸੰਕਟ ਪ੍ਰਾਪਤ ਕੀਤੇ। ਕਈ ਜਨਮਾਂ ਤੋਂ ਇਹਨਾਂ ਜਨਮਾਂ ਦੇ ਵਿੱਚ ਮਹਾਰਾਜ ਭਟਕਦਾ ਰਿਹਾ ਹਾਂ। ਜੂਨੀਆਂ ਵਿੱਚ ਪਏ ਹੋਏ ਦੁੱਖ ਪ੍ਰਾਪਤ ਕੀਤੇ ਨੇ। ਲਾਜ ਨਾਮ ਆਪਣੇ ਕੀ ਰਾਖਾ, ਇਹ ਸੱਚੇ ਪਾਤਸ਼ਾਹ ਜੀ, ਤੁਹਾਡਾ ਨਾਮ ਗਰੀਬ ਨਵਾਜ ਹੈ ਤੇ ਆਪਦੇ ਬਿਰਦ ਦੀ, ਆਪਦੇ ਨਾਂ ਦੀ ਲਾਜ ਰੱਖਣੀ ਕਰੋ। ਮਹਾਰਾਜ ਮੇਰੇ ਵਰਗੇ ਪਾਪੀ ਨੂੰ ਵੀ ਢੋਈ ਦੇ ਦਿਓ ਜੀ। ਲੱਖ ਸੇਵਕ ਮੁਝ ਸੇਵਾ ਪਾਖਾ, ਸੱਚੇ ਪਾਤਸ਼ਾਹ ਜੀ, ਮੈਨੂੰ ਆਪ ਦਾ ਸਿੱਖ ਜਾਣ ਕੇ ਇੱਥੇ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਜਿੰਨੀ ਸੇਵਾ ਹੋ ਰਹੀ, ਮੈਨੂੰ ਵੀ ਮਹਾਰਾਜ ਕੋਈ ਸੇਵਾ ਦਿਓ। ਮੈਂ ਵੀ ਤੁਹਾਡੇ ਦਰ ਘਰ ਦੀ ਕੋਈ ਸੇਵਾ ਕਰਕੇ ਆਪ ਦਾ ਸਰੀਰ ਸਫਲਾ ਕਰਾਂ, ਆਪ ਦੇ ਹੱਥ ਸਫਲੇ ਕਰਾਂ। ਮਹਾਰਾਜ ਕਿਰਪਾ ਕਰਕੇ ਮੈਨੂੰ ਕੋਈ ਨਾ ਕੋਈ ਸੇਵਾ ਬਖਸ਼ੋ ਜੀ। ਮਹਿਮਾ ਹਮ ਨਹਿ ਲਖ ਹੈ ਤੁਮਾਰੀ, ਆਪ ਮਹਾਰਾਜ ਪਰਮੇਸ਼ਰ ਹੋ, ਪਰ ਮੈਂ ਅਗਿਆਨੀ ਹੋਣ ਕਰਕੇ ਸਤਿਗੁਰੂ ਤੁਹਾਡੀ ਮਹਿਮਾ ਤੋਂ ਅਣਜਾਣ ਹਾਂ, ਤੁਹਾਡੀ ਵਡਿਆਈ ਨਹੀਂ ਜਾਣੀ ਹੈ। ਰਾਵਰ ਰੂਪ ਨਰਨ ਉਪਕਾਰੀ, ਮਹਾਰਾਜ ਤੁਹਾਡਾ ਤਾਂ ਸਰੂਪ ਹੀ ਨਰਾਂ ਜੀਵਾਂ ਤੇ ਪਰਉਪਕਾਰ ਕਰਨ ਵਾਸਤੇ ਪ੍ਰਗਟ ਹੋਇਆ ਹੈ। ਤੁਹਾਡਾ ਸਰੂਪ ਹੀ ਮਹਾਰਾਜ ਤੁਸੀਂ ਸਾਰਿਆਂ ਜੀਵਾਂ ਦੀ ਕਲਿਆਣ ਕਰਨ ਵਾਸਤੇ ਸੰਸਾਰ ਤੇ ਆਏ ਹੋ। ਬਿਨੈ ਸੁਨਤ ਸ਼੍ਰੀ ਅਰਜਨ ਗੁਰੂ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸਤਿਗੁਰਾਂ ਨੇ ਭਾਈ ਬਹਿਲੋ ਦੀ ਬੇਨਤੀ ਸੁਣੀ ਹੈ। ਹੋਏ ਸ਼ਰਧਾ ਤੇ ਪੁਰੂ ਰਕਾਰਜ ਪੁਰੂ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਐ ਇਹਦੀ ਸਾਰੀ ਜਦੋਂ ਬੇਨਤੀ ਸੁਣੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਹਿਲੋ ਹੋਏ ਸ਼ਰਧਾ ਤੇ ਕਾਰਜ ਪੁਰੂ। ਭਾਵ ਵੀ ਜਿਹੜੀ ਤੇਰੇ ਮਨ ਵਿੱਚ ਸ਼ਰਧਾ ਹੈ ਨਾ, ਸ਼ਰਧਾ ਦੇ ਨਾਲ ਹੀ ਤੇਰੇ ਲੋਕ ਪਰਲੋਕ ਦੇ ਸਾਰੇ ਕਾਰਜ ਪੂਰੇ ਹੋਣਗੇ, ਸਿੱਧ ਹੋ ਜਾਣਗੇ। ਦੇਵੀ ਦੇਵਨ ਤੇ ਫਲ ਪਾਵਨ, ਕਿਉਂਕਿ ਸ਼ਰਧਾ ਸਾਰਿਆਂ ਤੋਂ ਵੱਡੀ ਹੈ। ਜੇ ਦੇਵੀ ਦੇਵਤੇ ਕਿਸੇ ਦੀ ਪੂਜਾ ਕਰੇ ਕੋਈ ਫਲ ਲੈਣ ਵਾਸਤੇ, ਜੇ ਦੇਵੀ ਦੇਵਤਿਆਂ ਤੋਂ ਵੀ ਕਿਸੇ ਨੇ ਫਲ ਲੈਣਾ ਹੈ, ਬ੍ਰਹਮਾ ਵਿਸ਼ਨ ਮਹੇਸ਼ਰ ਧਿਆਵਨ, ਚਾਹੇ ਉਹ ਕੋਈ ਬ੍ਰਹਮਾ ਹੈ, ਚਾਹੇ ਕੋਈ ਸ਼ਿਵ ਜੀ ਹੈ, ਚਾਹੇ ਵਿਸ਼ਨੂੰ ਹੈ, ਕੋਈ ਮਾਤਾ ਆਦਿਕ ਹੈ, ਕਿਸੇ ਦੀ ਵੀ ਪੂਜਾ ਬੰਦਗੀ ਕਰਕੇ ਜੇ ਕਿਸੇ ਨੇ ਫਲ ਲੈਣਾ ਹੁੰਦਾ ਹੈ, ਸ਼ਰਧਾ ਧਰ ਸਭ ਤੇ ਫਲ ਪਾਏ। ਵੀ ਗੱਲ ਸ਼ਰਧਾ ਦੀ ਹੈ। ਸ਼ਰਧਾ ਤੋਂ ਬਿਨਾਂ ਕਿਤੋਂ ਵੀ ਕੁਝ ਨਹੀਂ ਮਿਲਦਾ। ਤੇ ਸ਼ਰਧਾ ਦੇ ਕਾਰਨ ਹੀ ਸਾਧ ਸੰਗਤ ਦੀ ਧੰਨੇ ਭਗਤ ਵਰਗਿਆਂ ਪੱਥਰ ਚੋਂ ਪਰਮੇਸ਼ਰ ਪ੍ਰਗਟ ਕੀਤਾ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਹਿਲੋ ਸ਼ਰਧਾ ਭਾਈ ਸਾਰਿਆਂ ਤੋਂ ਵੱਡੀ ਹੈ। ਕਿਸੇ ਤੋਂ ਵੀ ਫਲ ਲੈਣਾ, ਕੋਈ ਪ੍ਰਾਪਤੀ ਚਾਹੀਦੀ, ਕੋਈ ਵਸਤੂ ਚਾਹੀਦੀ, ਉਹਦੇ ਵਾਸਤੇ ਉਹਦੇ ਤੇ ਸ਼ਰਧਾ ਰੱਖਣੀ ਪੈਂਦੀ ਹੈ। ਸ਼ਰਧਾ ਤੋਂ ਹੀ ਸਾਰਾ ਜਿਹੜਾ ਹੈ ਉਹ ਇੱਛਾ ਮਨ ਵਿੱਚ ਜੋ ਹੈ ਫਲ ਪੂਰੇ ਹੁੰਦੇ ਹੈ, ਜਾਂ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ, ਫਲ ਪ੍ਰਾਪਤ ਹੁੰਦੇ ਹਨ। ਬਿਨ ਸ਼ਰਧਾ ਕੁਛ ਹਾਥ ਨ ਆਏ, ਇਸ ਲਈ ਸ਼ਰਧਾ ਤੋਂ ਬਿਨਾ ਕਦੇ ਵੀ ਕਿਸੇ ਦੇ ਹੱਥ ਵਿੱਚ ਕੁਝ ਨਹੀਂ ਆਉਂਦਾ। ਸ਼ਰਧਾ ਤੋਂ ਸਖਣਿਆਂ ਨੂੰ ਕੁਝ ਮਿਲਦਾ ਨਹੀਂ ਹੈ। ਸ਼ਰਧਾ ਮੂਲ ਭਗਤ ਤੁਚ ਸਾਰੇ, ਸ਼ਰਧਾ ਜਿਹੜੀ ਹੈ ਭਾਈ ਬਹਿਲੋ ਇਹ ਮੁੱਢ ਹੈ। ਸ਼ਰਧਾ ਮੁੱਢ ਹੈ ਤੇ ਇਸ ਤੋਂ ਇਲਾਵਾ ਜਿਹੜੀ ਭਗਤੀ ਹੈ ਸਾਰੀ ਛਾਲ ਹੈ। ਜਿਵੇਂ ਉਹ ਰੁੱਖ ਦਾ ਅਲੰਕਾਰ ਬਣ ਰਹੇ ਕਵੀ ਜੀ ਮਾਰੇ ਕਹਿੰਦੇ ਭਾਈ ਬਹਿਲੋ ਜਿਹੜੀ ਸ਼ਰਧਾ ਉਹ ਮੁੱਢ ਹੈ ਤੇ ਤਵਚਾ ਜਿਵੇਂ ਉਹ ਖੱਲ ਹੁੰਦੀ, ਛਲ ਛਿੱਲੜ ਹੁੰਦੀ ਰੁੱਖ ਦੇ ਦੁਆਲੇ, ਇਉਂ ਮਾਨੋ ਸ਼ਰਧਾ ਮੁੱਢ ਹੈ ਤੇ ਭਗਤੀ ਸਾਰੀ ਛਿੱਲੜ ਹੋ ਰਹੀ ਹੈ। ਗਿਆਨ ਤਰੋਵਰ ਉਦੈ ਉਦਾਰੇ, ਤੇ ਗਿਆਨ ਰੂਪੀ ਰੁੱਖ ਹੈ ਜਿਹੜਾ ਬੜਾ ਭਾਰੀ ਹਿਰਦੇ ਰੂਪੀ ਧਰਤੀ ਵਿੱਚ ਬੜਾ ਪ੍ਰਗਟ ਹੋ ਰਿਹਾ ਹੈ, ਸ੍ਰੇਸ਼ਟ ਹੀ। ਫਲ ਕੈਵਲ ਕੋ ਪ੍ਰਾਪਤ ਹੋਏ, ਤੇ ਇਸ ਤਰ੍ਹਾਂ ਫਿਰ ਜਿਹਦੇ ਤੋਂ ਕੈਵਲ ਮੁਕਤੀ ਰੂਪੀ ਫਲ ਪ੍ਰਾਪਤ ਹੁੰਦਾ ਹੈ। ਭਾਵ ਮੁੱਢ ਸਾਰਿਆਂ ਦਾ ਸ਼ਰਧਾ ਹੀ ਹੈ, ਗਿਆਨ ਦਾ ਵੀ, ਭਗਤੀ ਦਾ ਵੀ। ਭਗਤੀ ਖਲ ਗਿਣੋ ਰੁੱਖ ਦੀ ਜਿਵੇਂ, ਤੇ ਜਿਹੜੀ ਸ਼ਰਧਾ ਮੁੱਢ ਹੈ ਤੇ ਫਲ ਜਿਹੜਾ ਹੈ ਉਹ ਹੈ ਕੈਵਲ ਮੁਕਤੀ। ਤੇ ਗਿਆਨ ਰੂਪੀ ਦਰਖਤ ਹੋ ਰਿਹਾ ਹੈ, ਫਲ ਮਿਲਦਾ ਕੈਵਲ ਮੁਕਤੀ ਰੂਪੀ ਫਲ ਪ੍ਰਾਪਤ ਹੁੰਦਾ ਹੈ। ਜਿਸ ਤੇ ਸੰਕਟ ਹੋਏ ਨ ਕੋਏ, ਜਿਸ ਮੁਕਤੀ ਤੋਂ ਬਾਅਦ ਜੰਮਣ ਮਰਨ ਤੋਂ ਆਦਿਕ ਹੋਰ ਕੋਈ ਸੰਕਟ ਦੁੱਖ ਨਹੀਂ ਪੈਂਦਾ ਹੈ। ਸ਼ਰਧਾ ਬਿਨ ਸਭ ਨਿਸ਼ਫਲ ਕਰਮ, ਤੇ ਭਾਈ ਬਹਿਲੋ ਸ਼ਰਧਾ ਤੋਂ ਬਿਨਾਂ ਸਾਰੇ ਕੀਤੇ ਹੋਏ ਕਰਮ ਜਿਹੜੇ ਬੇਫਲ ਹੁੰਦੇ ਆ। ਬੱਧਾ ਚੱਟੀ ਜੋ ਭਰੈ, ਨਾ ਗੁਣ ਨਾ ਉਪਕਾਰ।
ਸ਼ਰਧਾ ਤੋਂ ਬਿਨਾਂ ਜਿੰਨੇ ਵੀ ਕੀਤੇ ਹੋਏ ਕਾਰਜ ਆ ਸਾਰੇ ਬੇਫਲ ਹੁੰਦੇ ਆ। ਪੁੰਨ, ਦਾਨ, ਸੇਵਾ, ਸਿਮਰਨ ਸ਼ਰਧਾ ਤੋਂ ਹੀਣਿਆਂ ਦੀ ਕਿਸੇ ਕੰਮ ਨਹੀਂ ਹੁੰਦੀ ਹੈ। ਸੁਧ ਰਹਿ ਹਿਰਦੈ ਨ ਪ੍ਰਾਪਤ ਧਰਮ। ਕਿਉਂਕਿ ਜਿੰਨਾ ਮਰਜ਼ੀ ਕੋ ਜਪ ਤਪ ਕਰ ਲਵੇ, ਸੇਵਾ ਸਿਮਰਨ ਕਰੇ, ਜੇ ਸ਼ਰਧਾ ਨਹੀਂ ਮਨ ਵਿੱਚ, ਤੇ ਸ਼ਰਧਾ ਤੋਂ ਬਿਨਾਂ ਜਿਹੜਾ ਹਿਰਦਾ ਨਹੀਂ ਸਾਫ਼ ਹੁੰਦਾ, ਤੇ ਜੇ ਹਿਰਦਾ ਸਾਫ਼ ਨਾ ਹੋਵੇ, ਪਵਿੱਤਰ ਹੋਵੇ, ਤੇ ਧਰਮ ਦੀ ਪ੍ਰਾਪਤੀ ਨਹੀਂ ਹੁੰਦੀ, ਇਸ਼ਟ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਸ਼ਰਧਾ ਸਭ ਤੇ ਪੂਰਬ ਚਹੀਆ ਹੈ। ਇਸ ਕਰਕੇ ਸਾਰਿਆਂ ਤੋਂ ਪਹਿਲਾਂ ਇਹ ਹੈ ਵੀ ਹਿਰਦੇ ਵਿੱਚ ਸ਼ਰਧਾ ਚਾਹੀਦੀ ਹੈ। ਸਾਰੀ ਖੇਡ, ਸਾਰੀ ਗੱਲ ਇਹ ਸ਼ਰਧਾ ਤੋਂ ਸ਼ੁਰੂ ਹੁੰਦੀ ਹੈ, ਸ਼ਰਧਾ ਤੋਂ ਚੱਲਦੀ ਹੈ। ਜਿਸ ਤੇ ਮਨ ਬਾਸ਼ਤ ਫਲ ਲਹੀਆ ਹੈ। ਸ਼ਰਧਾ ਇਹੋ ਜੀ ਆ ਜਿਹਦੇ ਤੋਂ ਮਨ ਇੱਛੇ ਫਲ ਪ੍ਰਾਪਤ ਹੁੰਦੇ। ਸ਼ਰਧਾ ਤੋਂ ਹੀ ਸਾਰੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਇਮ ਕਹਿ ਸਤਿਗੁਰ ਕੀਨ ਦਿਹਾਰੀ। ਇਸ ਤਰ੍ਹਾਂ ਮਹਾਰਾਜ ਨੇ ਕਹਿ ਕੇ ਤੇ ਫਿਰ ਇਹਨੇ ਬੇਨਤੀ ਕੀਤੀ ਸੀ ਵੀ ਮਹਾਰਾਜ ਮੈਨੂੰ ਵੀ ਕੋਈ ਸੇਵਾ ਬਖਸ਼ੋ। ਇੱਥੇ ਸੱਚੇ ਪਾਤਸ਼ਾਹ ਜੀਆਂ ਇਹਦੀ ਦਿਹਾੜੀ ਨਿਯੁਕਤ ਕਰ ਦਿੱਤੀ ਹੈ ਵੀ ਸਾਰਾ ਦਿਨ ਤੂੰ ਫਲਾਣਾ ਫਲਾਣਾ ਕੰਮ ਕਰਨਾ, ਸੇਵਾ ਕਰਨੀ, ਵੀ ਇੰਨੀ ਦਿਹਾੜੀ, ਇੰਨੀ ਰਸਤ, ਇੰਨਾ ਰਾਸ਼ਨ ਤੈਨੂੰ ਦਿਆ ਕਰਾਂਗੇ। ਸੱਚੇ ਪਾਤਸ਼ਾਹ ਜੀਆਂ ਦੀ ਦਿਹਾੜੀ ਜਿਹੜੀ ਆ ਨਿਯਤ ਕਰ ਦਿੱਤੀ ਹੈ। ਲਿਹੋ ਗੁਰ ਘਰ ਤੇ ਕਰਹ ਆਹਾਰੀ। ਮਹਾਰਾਜ ਕਹਿੰਦੇ ਆ ਦਿਹਾੜੀ ਲੈ ਲੈਣੀ ਭਾਈ ਬੈਲੋ, ਤੇ ਆਹ ਕਾਰਜ ਕਰ ਸੇਵਾ ਕਰਨੀ ਹੈ ਸਾਰਾ ਦਿਨ। ਜਿਹੜੀ ਰਾਸ਼ਨ ਹੋਊਗਾ ਖਾਣ ਪੀਣ ਦਾ, ਜਾਂ ਲੰਗਰ ਤੋਂ ਛਕ ਲੈਣਾ, ਤੇ ਜਾਂ ਫਿਰ ਗੁਰੂ ਦੇ ਭੰਡਾਰਿਆਂ ਵਿੱਚੋਂ ਤੈਨੂੰ ਸੁੱਕੀ ਰਸਤ ਮਿਲ ਜਾ ਕਰੇਗੀ ਹਫਤੇ ਦੇ ਹਫਤੇ, ਜਾਂ 15 ਤੇ, ਜਾਂ ਨਿਤਾ ਪ੍ਰਤੀ ਹੀ। ਅਬ ਤੀਰਥ ਕੀ ਕਾਰ ਕਰੀਜੈ। ਤੇ ਹੁਣ ਜਾ ਤੇ ਜਿੱਥੇ ਅੰਮ੍ਰਿਤ ਸਰੋਵਰ ਹੁਣ ਖੁਦਾਈ ਚੱਲ ਰਹੀ ਹੈ, ਤੀਰਥ ਬਣ ਰਿਹਾ, ਤੀਰਥ ਵਿੱਚ ਸੰਗਤਾਂ ਦੇ ਨਾਲ ਮਿਲ ਕੇ ਤੂੰ ਵੀ ਸੇਵਾ ਕਰ ਲੈ। ਸਭ ਸੰਗਤ ਕੇ ਸੰਗ ਮਲੀਜੈ। ਸਾਰੀ ਸੰਗਤ ਦੇ ਨਾਲ ਰਲ ਮਿਲ ਕਰਕੇ ਜੋ ਸੇਵਾ ਦਿਸਦੀ ਉਹ ਕਰਨੀ ਕਰ। ਜਹਾਂ ਈਂਟ ਕੇ ਲੱਗੇ ਪਜਾਵੇ। ਤੇ ਵੈਸੇ ਤੇਰੀ ਵਿਸ਼ੇਸ਼ ਸੇਵਾ ਸੀ ਇਹ ਲਾਉਣੇ ਆ, ਕਿਉਂਕਿ ਇਹ ਭਾਈ ਬੈਲੋ ਸਿਆਣੇ ਬਹੁਤ ਸੀਗੇ। ਤੋ ਗੁਰੂ ਅਰਜਨ ਦੇਵ ਮਹਾਰਾਜ ਜੀ ਜਾਨੀ ਜਾਣ ਹੈ, ਸਿਆਣਾ ਜਾਣ ਕੇ, ਸੁਲਝਿਆ ਹੋਇਆ ਜਾਣ ਕੇ। ਮਹਾਰਾਜ ਕਹਿੰਦੇ ਭਾਈ ਬੈਲੋ ਜਿੱਥੇ ਇੱਟਾਂ ਪੱਕਦੀਆਂ ਨਾ ਆਵੇ ਲੱਗੇ ਐ, ਜਿੱਥੇ ਪਜਾਵੇ ਲੱਗੇ ਐ, ਇੱਟਾਂ ਪਕਾਈਆਂ ਜਾਂਦੀਆਂ ਨੇ। ਬਹੁ ਈਂਧਨ ਕੋ ਸੰਗ ਪਕਾਵੇ। ਜਿੱਥੇ ਬੜੇ ਪਜਾਵੇ ਲੱਗੇ ਐ, ਇੱਟਾਂ ਪੱਕਦੀਆਂ, ਬੜਾ ਬਾਲਣ ਲਿਆ ਲਿਆ ਕੇ, ਕੂੜਾ ਕਰਕਟ ਆ ਗੂਣਾ ਪਾਇਆ ਜਾਂਦਾ ਹੈ। ਤਹਾਂ ਸਿੱਖ ਸੇਵਾ ਬਹੁ ਕਰਹੀ। ਉੱਥੇ ਸਾਡੇ ਬੜੇ ਸਿੱਖ ਜਿਹੜੇ ਉਹ ਸੇਵਾ ਵਿੱਚ ਲੱਗੇ ਹੋਏ ਆ, ਇੱਟਾਂ ਪਕਾਉਣ ਵਿੱਚ। ਕਰਦਮ ਤੇ ਈਂਟਨ ਕੋ ਕਰਹੀ। ਕੋਈ ਤਾਂ ਉੱਥੇ ਇੱਟਾਂ ਪਾਉਂਦਾ ਹੈ, ਜਿਹੜੀ ਆ ਕਹਾਣੀ ਮਾਰਦੇ ਆ, ਗਾਰਾ ਬਣਾਉਂਦਾ ਹੈ, ਕੋਈ ਗਾਰੇ ਦੀਆਂ ਇੱਟਾਂ ਸਾਂਚੇ ਭਰਦਾ ਹੈ। ਸ਼ੁਸ਼ਕ ਹੋਏ ਤਬ ਲੇਹ ਉਠਾਏ। ਤੇ ਕੋਈ ਸਿੱਖ ਜਿਹੜੇ ਆ ਸੁੱਕੀਆਂ ਇੱਟਾਂ ਇਹ ਗਾਰੇ ਦੀਆਂ ਸੁੱਕ ਜਾਣ ਤੇ ਚੁੱਕ ਚੁੱਕ ਕੇ ਤੇ ਆਵਿਆਂ ਵਿੱਚ ਲੈ ਕੇ ਆਉਂਦੇ ਆ। ਆਵੇ ਬਿਖੈ ਤਰਹਿ ਸਮੁਦਾਏ। ਸਾਰੀ ਇੱਟ ਸੁਕਾ ਕੇ ਸੁੱਕੀ ਸਿੱਖ ਚੁੱਕ ਚੁੱਕ ਕੇ ਤੇ ਆਵਿਆਂ ਵਿੱਚ ਚਿਣ ਦਿੰਦੇ ਹਨ। ਜਿਮਨੀ ਕੇ ਪਾਕਹਿ ਗਨ ਆਵੇ। ਵੀ ਇਸ ਤਰ੍ਹਾਂ ਫਿਰ ਉਹਦੀਆਂ ਘੋੜੀਆਂ ਲਾਈਆਂ ਜਾਂਦੀਆਂ, ਵਿਰਲ ਪਾ ਪਾ ਕੇ ਤਰੀਕੇ ਨਾਲ ਚਿਣੀਆਂ ਜਾਂਦੀਆਂ, ਵੀ ਤਾਂ ਕਿ ਸਾਰੀਆਂ ਇੱਟਾਂ ਇੱਕ ਸਾਰ ਇੱਕੋ ਜੀਆਂ ਪੱਕ ਜਾਵਣ। ਤਿਮ ਈਂਧਨ ਬਿਦ ਸੋ ਦੇਹੁ ਪਾਵੇ। ਤੇ ਬੜੀ ਵਿਧੀ ਨਾਲ ਫਿਰ ਸਿੱਖ ਉਹਦੇ ਵਿੱਚ ਉਹ ਗੂਣਾ ਪਾਉਂਦੇ ਆ, ਕੋਈ ਕੂੜਾ ਕਰਕਟ, ਰੂੜੀ ਆਦਿ ਕਿਹੋ ਜਿਹਾ ਉਹ ਕੂੜਾ ਕਰਕਟ ਪਾਉਂਦੇ ਆ, ਬਾਲਣ ਪਾਉਂਦੇ ਹਨ ਤਰੀਕੇ ਦੇ ਨਾਲ। ਤਹਿ ਥਿਤ ਰਹੋ ਸਭਨ ਸੋ ਕਹੋ। ਤੇ ਇਸ ਲਈ ਤੈਨੂੰ ਅਸੀਂ ਕਹਿੰਨੇ ਆ ਭਾਈ ਬੈਲੋ ਵੀ ਤੂੰ ਜਿੱਥੇ ਆਪਣੇ ਆਵੇ ਲੱਗੇ ਆ ਨਾ ਗੁਰੂ ਘਰ ਦੇ, ਜਿੱਥੇ ਇੱਟਾਂ ਪਕਾਈਆਂ ਜਾਂਦੀਆਂ, ਕੱਚੀਆਂ ਪੈਂਦੀਆਂ, ਪੱਕੀਆਂ ਭਰਦੇ ਆ, ਬਾਲਣ ਭਰਿਆ ਜਾਂਦਾ, ਜਿੱਥੇ ਇੱਟਾਂ ਪੱਕਦੀਆਂ, ਤੇਰੀ ਸੇਵਾ ਅਸੀਂ ਵਿਸ਼ੇਸ਼ ਉੱਥੇ ਲਾਉਂਦੇ ਹਾਂ। ਜਾ ਕਰਕੇ ਪੁਜਾਵਿਆਂ ਤੇ ਤੂੰ ਪਹਿਰਾ ਦੇਣਾ, ਸੇਵਾ ਕਰਨੀ ਹੈ। ਇਹੋ ਤੀਰਥ ਕੀ ਸੇਵਾ ਲਹੋ। ਇਹ ਤੀਰਥ ਦੀ ਸੇਵਾ ਜਿਹੜੀ ਤੂੰ ਆਪਦੇ ਹਿੱਸੇ ਲੈ ਲੈ, ਆਪਦੇ ਜਿੰਮੇ ਲੈਣੀ ਕਰ। ਇਮ ਸੁਨ ਕੈ ਬਹਿਲੋ ਹਰ ਖਾਇਓ। ਇਸ ਤਰ੍ਹਾਂ ਸੁਣ ਕੇ ਸਤਿਗੁਰਾਂ ਤੋਂ ਤੇ ਭਾਈ ਬੈਲੋ ਜੀ ਆਪਦੇ ਵੱਡੇ ਹੀ ਭਾਗ ਜਾਣਦੇ ਆ, ਬੜੇ ਖੁਸ਼ ਹੁੰਦੇ ਹਨ। ਕਰ ਬੰਧਨ ਸਿੱਖਨ ਮਹਿ ਆਇਓ। ਗੁਰੂ ਗਰੀਬ ਨਵਾਜ ਸਤਿਗੁਰਾਂ ਨੂੰ ਮੱਥਾ ਟੇਕਿਆ, ਮੱਥਾ ਟੇਕ ਕੇ ਤੇ ਜਿੱਥੇ ਆਵੇ ਲੱਗੇ ਨਾ ਇੱਟਾਂ ਪਕਾਉਣ ਵਾਸਤੇ ਅੰਮ੍ਰਿਤ ਸਰੋਵਰ ਦੇ,
ਤੇ ਇਥੇ ਸੱਚੇ ਪਾਤਸ਼ਾਹ ਤੋਂ ਆਗਿਆ ਲੈ ਕੇ ਤੇ ਇੱਟਾਂ ਪੱਕਣ ਵਾਲੇ ਥਾਂ ਤੇ ਪਹੁੰਚਿਆ ਹੈ। ਕਰ ਬੇ ਲੱਗਿਓ ਟਹਿਲ ਤਿੰਨ ਸੰਗ। ਦੂਜੇ ਸਿੱਖਾਂ ਨੂੰ ਵੇਖ ਕੇ ਰਲ ਮਿਲ ਕਰਕੇ ਭਾਈ ਬਹਿਲੋ ਵੀ ਸੇਵਾ ਕਰਨ ਲੱਗਿਆ ਹੈ। ਸਕਲ ਦਿਵਸ ਜੇਤੋ ਬਲ ਅੰਗ। ਜਿਨ੍ਹਾਂ ਸਰੀਰ ਵਿੱਚ ਬਲ ਲਾ ਕੇ ਸ਼ਰਧਾ ਪ੍ਰੇਮ ਦੇ ਨਾਲ ਸਾਰਾ ਦਿਨ ਭਾਈ ਬਹਿਲੋ ਸੇਵਾ ਕਰਦਾ ਹੈ। ਨਿਸ਼ਾ ਭਏ ਜਬ ਫਿਰ ਹੈ ਅੰਧੇਰੇ। ਜਦੋਂ ਰਾਤ ਹੋ ਜਾਂਦੀ ਹੈ, ਹਨੇਰਾ ਪੈ ਜਾਂਦਾ ਹੈ, ਜਾਚ ਲੇਤ ਸਿੱਖਨ ਕੇ ਡੇਰੇ। ਤੇ ਫਿਰ ਖਾਣ ਦਾ ਪ੍ਰਬੰਧ ਲੰਗਰ ਚੋਂ ਨਹੀਂ ਛਕਦਾ। ਲਾਗੇ ਜਿਹੜੇ ਸਿੱਖਾਂ ਦੇ ਘਰ ਹੈ, ਉਹਨਾਂ ਵਿੱਚ ਜਦੋਂ ਸਿੱਖ ਪ੍ਰਸ਼ਾਦਾ ਛਕ ਲੈਂਦੇ, ਕੋਈ ਫਾਲਤੂ ਬਚ ਜਾਂਦਾ, ਜਿਹੜਾ ਪ੍ਰਸ਼ਾਦੇ ਵਧੇ ਬਚ ਜਾਂਦੇ, ਕੋਈ ਦਾਲ ਸਬਜ਼ੀ ਵੱਧ ਜਾਂਦੀ ਜਿਹੜੀ, ਇਸ ਤਰ੍ਹਾਂ ਲਾਗੇ ਲਾਗੇ ਉਥੋਂ ਸਿੱਖਾਂ ਦੇ ਘਰਾਂ ਵਿੱਚੋਂ ਗਜਾ ਕਰ ਲੈਂਦਾ ਹੈ ਰਾਤ ਨੂੰ। ਅਲਪ ਆਹਾਰ ਤਬਹਿ ਕਰ ਰਹਾ। ਤੇ ਥੋੜਾ ਹੀ ਆਹਾਰ ਛਕਦਾ ਹੈ ਭਾਈ, ਭਾਵ ਕਿ ਸੇਵਾ ਕਰਦਾ ਹੈ। ਸਾਰਾ ਦਿਨ ਹੱਡ ਭੰਨ ਕੇ ਮੰਗ ਕੇ ਪ੍ਰਸ਼ਾਦਾ ਛਕਦਾ ਹੈ ਤੇ ਬਹੁਤ ਥੋੜਾ ਅਲਪ ਆਹਾਰ ਛਕਾਉਂਦਾ ਹੈ। ਗੁਰ ਪਗ ਪ੍ਰੇਮ ਰਹਿਣ ਦਿਨ ਲਹੈ। ਆ ਜਿਹੜੇ ਭਾਈ ਬਹਿਲੋ ਜੀ ਦੇ ਮਨ ਵਿੱਚ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਪ੍ਰੇਮ ਰਹਿੰਦਾ, ਦਿਨ ਰਾਤ ਇੱਕ ਰਸ ਹੀ। ਦਿਵਸ ਬਿਖੈ ਨਿਤ ਸੇਵ ਕਮਾਵੈ। ਭਾਈ ਬਹਿਲੋ ਜੀ ਸਾਰਾ ਦਿਨ ਬੜੀ ਡਾਢੀ ਪੱਕੀ ਕਰੜੀ ਸੇਵਾ ਕਰਦੇ ਆ, ਇੱਟਾਂ ਪਕਾਵਣ ਦੀ। ਸਿਮਰਨ ਕਰਤੇ ਨਿਸ਼ਾ ਬਿਤਾਵੈ। ਤੇ ਰਾਤ ਜਿਹੜੀ ਹੁੰਦੀ ਉਹ ਸਿਮਰਨ ਕਰਦਿਆਂ ਬਤੀਤ ਕਰ ਦਿੰਦੇ ਹਨ। ਬੂਝੈ ਲੋਕ ਈਟ ਕਾਂ ਆਵੈ। ਤੇ ਇਹ ਭਾਈ ਬਹਿਲੋ ਜੀ ਨਾ ਦੂਜਿਆਂ ਨੂੰ ਪੁੱਛਦੇ ਆ, ਸਿੱਖਾਂ ਨੂੰ, ਜਿਹੜੀ ਇੱਟ ਪੈਂਦੀ ਆ ਨਾ ਇਹਨਾਂ ਪਜਾਵਿਆਂ ਵਿੱਚ, ਜਿਹਨੂੰ ਹੁਣ ਭੱਠੇ ਕਹਿ ਲਓ, ਉਦੋਂ ਪਜਾਵੇ ਹੁੰਦੇ ਸੀ ਛੋਟੇ, ਉਹਨਾਂ ਦੇ ਵਿੱਚ ਜਿਹੜੀ ਇੱਟ ਪੈਂਦੀ ਉਹਦੀ ਬਾਬਤ ਭਾਈ ਬਹਿਲੋ ਜੀ ਸਿਆਣਿਆਂ ਸਿੱਖਾਂ ਨੂੰ ਪੁੱਛਦੇ, ਤਜਰਬੇ ਵਾਲਿਆਂ ਨੂੰ। ਕਿਸ ਤੇ ਇਹੋ ਨੀਕੇ ਪੱਕ ਜਾਵੈ। ਵੀ ਕੋਈ ਇਹੋ ਜਿਹਾ ਤਰੀਕਾ ਹੋ ਸਕਦਾ ਹੈ ਵੀ ਜਿਹਦੇ ਨਾਲ ਇੱਟਾਂ ਜ਼ਿਆਦੀਆਂ ਪੱਕਦੀਆਂ ਹੋਣ, ਵੀ ਬਾਲਣ ਵੀ ਪੈਂਦਾ ਹੈ, ਵੀ ਬਾਲਣ ਚੋਂ, ਗੂਣੇ ਚੋਂ, ਕੂੜੇ ਚੋਂ, ਕਿਹੜੀ ਪੱਤਿਆਂ ਚੋਂ, ਕਿਹੜੀ ਵਸਤੂ, ਇਹਨਾਂ ਚੋਂ ਸਾਰਿਆਂ ਚੋਂ ਚੰਗਾ ਕਿਹੜਾ ਵੀ ਜਿਹਦੇ ਨਾਲ ਇੱਟਾਂ ਵੱਧ ਲਾਲ ਹੋਣ, ਵੱਧ ਇੱਟਾਂ ਪੱਕੀਆਂ ਹੋਵਣ। ਤਬਹਿ ਕਿਸੂ ਨੇ ਕਹਿਓ ਸੁਨਾਏ। ਤੇ ਕਿਸੇ ਸਿਆਣੇ ਸਿੱਖ ਬਜ਼ੁਰਗ ਨੇ ਭਾਈ ਬਹਿਲੋ ਜੀ ਨੂੰ ਦੱਸਿਆ ਹੈ, ਵਿਸ਼ਟਾ ਜੇ ਕਰ ਇਨ ਮਹਿ ਪਾਏ। ਵੀ ਇਹ ਜੇ ਕਿਤੇ ਨਾ ਪਜਾਵਿਆਂ ਵਿੱਚ ਵਿਸ਼ਟਾ ਪਵੇ ਨਾ, ਜਿਵੇਂ ਆ ਲਿੱਦ ਹੁੰਦੀ ਆ, ਕੋਈ ਆ ਮਈਆਂ ਦੀ ਰੂੜੀ, ਗੋਹਾ, ਸੁੱਕੀਆਂ ਪਾਥੀਆਂ, ਜਾਂ ਕੋਈ ਹੋਰ ਵਿਸ਼ਟਾ ਜਿੰਨਾ ਜਿਹੜਾ ਹੈ, ਲਿੱਦ ਆਦਿਕ ਘੋੜਿਆਂ ਦੀ, ਹੋਰ ਇਹ ਜਿਹੜੀ ਧੁਖਣ ਵਾਲੀ ਚੀਜ਼ ਹੈ, ਜੇ ਕਿਤੇ ਇਹ ਪੈ ਜਾਵੇ ਨਾ ਪੁਜਾਵਿਆਂ ਦੇ ਵਿੱਚ, ਤਾਂ ਆਛੀ ਪਾਕਹਿ ਹੋਏ ਲਾਲ। ਤੇ ਉਹ ਫਿਰ ਇੱਟਾਂ ਜ਼ਿਆਦੀਆਂ ਲਾਲ ਸੁਰਖ ਨਿਕਲਦੀਆਂ, ਕਿਉਂਕਿ ਕੂੜਾ ਜਿਹੜਾ ਇਹ ਹੁੰਦਾ ਧੁਖਦਾ ਹੈ, ਧੁਖਣ ਕਰਕੇ ਇੱਟਾਂ ਜ਼ਿਆਦੀਆਂ ਸੋਹਣੀਆਂ ਪੱਕਦੀਆਂ ਵੀ ਆ, ਲਾਲ ਹੁੰਦੀਆਂ ਹਨ। ਕਸੈ ਨ ਫੂਟਹਿ ਸੋ ਤਤਕਾਲ। ਵੀ ਉਹ ਨਾ ਘਸਦੀਆਂ ਤੇ ਨਾ ਟੁੱਟਦੀਆਂ ਨੇ ਛੇਤੀ ਹੀ। ਇਮ ਸੁਣ ਪ੍ਰੇਰੇ ਸਪਚ ਬਤੇਰੇ। ਇਸ ਤਰ੍ਹਾਂ ਸੁਣਿਆ ਜਦੋਂ ਭਾਈ ਬਹਿਲੋ ਜੀ ਨੇ, ਸੁਣ ਕੇ ਤੇ ਮਨ ਵਿੱਚ ਪੱਕੀ ਵਸਾ ਲਈ ਹੈ, ਤੇ ਮਨ ਦੇ ਵਿੱਚ ਇਹ ਜਿਹੜਾ ਹੈ ਵਸਾਇਆ, ਵੀ ਭਾਵ ਚੰਡਾਲਾ ਵਾਲਾ ਭੇਸ ਜਿਹਾ ਬਣਾ ਲਿਆ, ਵੀ ਜਿਵੇਂ ਉਹ ਚੁੱਕਣ ਵਾਲੇ ਹੁੰਦੇ ਆ ਨਾ, ਲਿੱਦ ਆਦਿਕ, ਭੰਗੀ ਆਦਿਕ, ਇਸ ਤਰ੍ਹਾਂ ਦਾ ਭੇਸ ਬਣਾ ਲਿਆ, ਮਨ ਵਿੱਚ ਧਾਰੀ ਹੈ। ਭਰੈ ਸੂਪ ਲਦ ਰਾਸ਼ਬ ਪ੍ਰੇਰੇ। ਤੇ ਇਸ ਤਰ੍ਹਾਂ ਭਾਈ ਬਹਿਲੋ ਜੀ ਜਿਹੜੇ ਵੈ ਉਸ ਬਜ਼ੁਰਗ ਦੇ ਪ੍ਰੇਰੇ ਸਿੱਖਾਂ ਦੇ ਦੱਸੇ ਹੋਏ, ਤੇ ਮਨ ਦੇ ਵਿੱਚ ਇਹ ਪੱਕੀ ਧਾਰ ਲਈ ਵੀ ਹੁਣ ਇਹ ਹੀ ਸੇਵਾ ਕਰਨੀ ਹੈ। ਖੋਤੇ ਲੈ ਲਏ, ਖੋਤੇ ਹੱਕ ਲੈਂਦੇ ਅੰਮ੍ਰਿਤ ਵੇਲੇ ਹੀ, ਤੇ ਲਿੱਦ ਇਕੱਠੀ ਕਰਨ ਤੁਰ ਪੈਂਦੇ ਸ਼ਹਿਰ ਦੇ ਵਿੱਚੋਂ। ਈਂਟਨ ਕੇ ਚਾਹ ਫੇਰੇ ਪਾਏ। ਸਾਰੇ ਸ਼ਹਿਰ ਚੋਂ ਜਿਹੜੀ ਉਹ ਗਲੀਆਂ ਵਿੱਚ ਲਿੱਦ ਪਈ ਹੁੰਦੀ, ਕਿਤੇ ਬਾਹਰ ਰੂੜੀਆਂ ਆਦਿਕ, ਜਿਹੜਾ ਵਿਸ਼ਟਾ ਜਿੰਨਾ ਪਿਆ ਹੈ, ਗੋਹਾ ਆਦਿਕ ਚੁੱਕ ਚੁੱਕ ਕੇ ਭਾਈ ਬਹਿਲੋ ਜੀ ਲੈ ਕੇ ਆਉਂਦੇ ਆ, ਲਿਆ ਕੇ ਇੱਟਾਂ ਦੇ ਦਿਵਾਲੇ ਪਾ ਦਿੰਦੇ ਆ, ਪਜਾਵੇ ਭਰ ਦਿੰਦੇ, ਕੱਚੀਆਂ ਇੱਟਾਂ ਭਰ ਦਿੰਦੇ ਆ ਕੂੜੇ ਨਾਲ। ਅਪਰ ਬਹਰ ਕੂੜਾ ਲੈ ਆਏ। ਤੇ ਫੇਰ ਆਪ ਚਲੇ ਜਾਂਦੇ ਤੇ ਗਧੇ ਭਰ ਭਰ ਕੇ ਲਿੱਦ ਦੇ ਲੈ ਕੇ ਆਉਂਦੇ ਹਨ। ਬਿਦ ਸੋ ਕਰਹਿ ਪ੍ਰੇਮ ਉਪਜਾਵੇ। ਜਾਂ ਹੋਰ ਬੜੇ ਤਰ੍ਹਾਂ ਦਾ ਕੂੜਾ ਲੈ ਕੇ ਆਉਂਦੇ, ਬੜੇ ਤਰੀਕੇ ਦੇ ਨਾਲ, ਫਿਰ ਪ੍ਰੇਮ ਦੇ ਨਾਲ ਸਾਰਾ ਉਹ ਤਰੀਕੇ ਦੇ ਨਾਲ ਫਿਰ ਉਹ ਪਜਾਵੇ ਭਰਦੇ ਇੱਟਾਂ ਦੇ ਵਿੱਚ, ਲਿੱਦ ਧੱਕ ਦਿੰਦੇ ਆ,
ਤਰੀਕੇ ਦੇ ਨਾਲ ਸਾਰਾ ਕਾਰਜ ਕਰਦੇ ਹਨ, ਪ੍ਰੇਮ ਪੈਦਾ ਕਰਦੇ ਆ ਹਿਰਦੇ ਵਿੱਚ। ਗਨ ਈਂਟਨ ਕੇ ਲਾਏ ਪਜਾਵੇ। ਤੇ ਇਸ ਤਰ੍ਹਾਂ ਭਾਈ ਬਹਿਲੋ ਜੀਆਂ ਬੜੇ ਵੱਡੇ ਪਜਾਵੇ ਲਾ ਦਿੱਤੇ, ਬੜੀਆਂ ਇੱਟਾਂ ਦੇ ਵਿੱਚ ਕੂੜਾ ਕਰਕਟ ਇਕੱਠਾ ਕਰ ਕਰ ਨਗਰ ਵਿੱਚੋਂ ਪਾ ਦਿੱਤਾ ਹੈ। ਪਾਕੀ ਬਹੁ ਸੁੰਦਰ ਭਈ ਲਾਲ। ਤੇ ਜਦੋਂ ਪਜਾਵੇ ਖੁੱਲੇ ਨਾ, ਤੇ ਜਿਹੜੇ ਪਜਾਵਿਆਂ ਤੇ ਭਾਈ ਬਹਿਲੋ ਜੀ ਦੀ ਡਿਊਟੀ ਸੀਗੀ, ਸੇਵਾ ਸੀਗੀ, ਉਹ ਪਜਾਵੇ ਸਭ ਤੋਂ ਸੋਹਣੇ ਪੱਕੇ ਲਾਲ ਸੁਰਖ ਉਸ ਪਜਾਵੇ ਚੋਂ ਇੱਟਾਂ ਨਿਕਲਦੀਆਂ ਨੇ। ਬਹਿਲੋ ਹਰਖਿਓ ਹਿਰਦੇ ਵਿਸ਼ਾਲ। ਤੇ ਭਾਈ ਬਹਿਲੋ ਜੀ ਗੁਰੂ ਘਰ ਦੀ ਸੁੰਦਰ ਸੇਵਾ ਹੁੰਦੀ ਵੇਖ ਕੇ ਬਹੁਤ ਹਿਰਦੇ ਵਿੱਚ ਖੁਸ਼ ਹੋਏ ਹਨ। ਸ਼੍ਰੀ ਅਰਜਨ ਲਖ ਅੰਤਰ ਜਾਮੀ। ਇਧਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਾਣ ਚੁੱਕੇ ਭਾਈ ਬਹਿਲੋ ਦੀ ਸੇਵਾ ਸੱਚੇ ਪਾਤਸ਼ਾਹ ਦੀ ਅੰਤਰਜਾਮੀ ਨੇ। ਸੇਵਾ ਸਿੱਖਣ ਕੀ ਪਿਖ ਸੁਆਮੀ। ਸਾਰਿਆਂ ਸਿੱਖਾਂ ਦੀ ਸੱਚੇ ਪਾਤਸ਼ਾਹ ਦੀ ਸੇਵਾ ਵੇਖਦੇ ਆ। ਕੁਛ ਕ ਈਂਟ ਕਾ ਨਿਕਟ ਮੰਗਾਈ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕੁਝ ਕੁ ਇੱਟਾਂ ਜਿਹੜੀਆਂ ਬਹੁਤੀਆਂ ਸੋਹਣੀਆਂ ਪੱਕੀਆਂ ਹਜ਼ੂਰ ਨੇ ਆਪਦੇ ਪਾਸ ਮੰਗਵਾਈਆਂ ਨੇ। ਕੀਨ ਬਿਲੋਕਣ ਨੀਠ ਬਣਾਈ। ਤੇ ਬੜੀ ਚੰਗੀ ਤਰ੍ਹਾਂ ਇੱਟਾਂ ਖੜਕਾ ਖੜਕਾ ਵੇਖਦੇ ਆ, ਚੰਗੀ ਤਰ੍ਹਾਂ ਪਰਖ ਰਹੇ ਹਨ। ਪਰਮ ਪ੍ਰਸਿੱਧੇ ਬਾਕੁ ਸੁਨਾਇਓ। ਬੜੇ ਖੁਸ਼ ਹੋ ਕੇ ਸੱਚੇ ਪਾਤਸ਼ਾਹ ਜੀਆਂ ਬਚਨ ਉਚਾਰਿਆ ਹੈ। ਇਹੋ ਆਵਾ ਅਬ ਭਲੋ ਪਕਾਇਓ। ਵੀ ਸਾਰਿਆਂ ਆਵਿਆਂ ਦੀਆਂ ਪਜਾਵਿਆਂ ਦੀ ਇੱਟਾਂ ਆ ਗਈਆਂ, ਤੇ ਜਿਹੜੀਆਂ ਚੰਗੀਆਂ ਪੱਕੀਆਂ ਇੱਟਾਂ ਮਰਜ ਪਕੜ ਕੇ ਹੱਥ 'ਚ ਕਹਿੰਦੇ ਪਈ ਆ ਪਜਾਵੇ ਦੀਆਂ ਇੱਟਾਂ ਜਿਹੜੀਆਂ ਆਵੇ ਦੀਆਂ ਬੜੀਆਂ ਸੋਹਣੀਆਂ ਪੱਕੀਆਂ ਸੁਰਖ ਹਨ, ਪੱਕੀਆਂ ਹੀ। ਅਤ ਸੇਵਾ ਬਹਿਲੋ ਕੀ ਦੇਖ। ਤੇ ਸੱਚੇ ਪਾਤਸ਼ਾਹ ਨੂੰ ਦੱਸਿਆ ਮਰਜ ਭਾਈ ਬਹਿਲੋ ਸੇਵਾ ਕਰਦੇ ਨਾ ਪਜਾਵਿਆਂ ਤੇ, ਬੜੀ ਡਾਢੀ ਸੇਵਾ ਮਹਾਰਾਜ ਨੇ ਜਾਣੀ ਵੀ ਸਾਰੇ ਸ਼ਹਿਰ ਦੀ ਲਿੱਦ ਤੇ ਕੂੜਾ ਕਰਕਟ ਆਪਦੇ ਸਿਰ ਤੇ ਭਾਈ ਬਹਿਲੋ ਜੀ ਢੋਂਦੇ ਰਹੇ। ਉਹ ਗਿਆਨੀ ਗਿਆਨ ਸਿੰਘ ਜੀਆਂ ਤਵਾਰੀਖ ਵਿੱਚ ਲਿਖਿਆ ਵੀ ਭਾਈ ਬਹਿਲੋ ਜੀ ਵਰਗਿਆਂ ਨੇ ਸਿਰ ਤੇ ਜਿਵੇਂ ਉਹ ਹੁੰਦੀ ਨਾ ਉਹ ਕੱਪੜਾ ਗੱਟਾ ਆਦਿ ਉਧਰੋਂ ਸਿਰ ਤੇ ਬੰਨ ਲਿਆ ਤੇ ਇੱਕ ਰੱਸੀ ਬੰਨ ਕੇ ਲੱਕ ਮਗਰ ਬੰਨ ਲੈਂਦੇ ਸੀ, ਜਿਵੇਂ ਝੋਲੀ ਬਣਾਈ ਦੀ ਹੈ। ਸਾਰਾ ਦਿਨ ਗਲੀਆਂ 'ਚ ਤੁਰੇ ਫਿਰਦੇ, ਜਿੱਥੇ ਕੋਈ ਲਿੱਦ ਦਿਸਦੀ ਚੁੱਕ ਚੁੱਕ ਉਹਦੇ ਵਿੱਚ ਪਾਈ ਜਾਂਦੇ ਸੀ। ਤੇ ਇਸ ਤਰ੍ਹਾਂ ਸਾਰਾ ਲਿੱਦ ਕੂੜਾ ਕਰਕਟ ਵਿਸਟਾ ਇਕੱਠਾ ਕਰ ਕਰਕੇ ਤੇ ਉਹਦੇ ਵਿੱਚ ਆ ਕੇ ਪਾਉਂਦੇ ਰਹੇ। 6 ਮਹੀਨੇ ਭਾਈ ਬਹਿਲੋ ਜੀ ਨੇ ਬੜੀ ਕਰੜੀ ਤਪ ਸੇਵਾ ਕੀਤੀ। ਤੇ ਬਾਅਦ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਜਦੋਂ ਇੱਟਾਂ ਪੱਕੀਆਂ ਨਿਕਲੀਆਂ ਤੇ ਸੱਚੇ ਪਾਤਸ਼ਾਹ ਜੀਆਂ ਇਹਦਾ ਉਹ ਜਿਹੜਾ ਵੇਸ਼ ਬਣਾਇਆ ਹੋਇਆ ਸੀ ਨਾ ਭੰਗੀਆਂ ਵਾਲਾ, ਲਿੱਦ ਚੁੱਕਣਿਆਂ ਵਾਲਾ, ਉਹ ਮਹਾਰਾਜ ਨੇ ਸਾਰਾ ਤੁਰਵਾਇਆ, ਹੱਥੀ ਨੂੰ ਇਸ਼ਨਾਨ ਕਰਵਾਇਆ, ਕੇਸੀ ਇਸ਼ਨਾਨ ਕਰਵਾਇਆ। ਤੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਬੜੇ ਵਰਦਾਨ ਦਿੱਤੇ। ਉਹ ਸੱਚੇ ਪਾਤਸ਼ਾਹ ਜੀਆਂ ਖੁਸ਼ ਹੋ ਕੇ ਵਰਦਾਨ ਦਿੱਤਾ ਸੀ ਆਖੇ ਭਾਈ ਬਹਿਲੋ ਸਭ ਤੋਂ ਪਹਿਲੋਂ, ਭਾਈ ਬਹਿਲੋ ਸੇਵਾ ਵਿੱਚ ਸਭ ਤੋਂ ਪਹਿਲ ਤੇ ਆਪ ਹੋ, ਤੇ ਲੋਕ ਤੇ ਪਰਲੋਕ ਵਿੱਚ ਸਾਰਿਆਂ ਤੋਂ ਪਹਿਲਾਂ ਤੁਹਾਡੀ ਸੁਣਵਾਈ ਗੱਲ ਸੁਣੀ ਜਾਇਆ ਕਰੇਗੀ, ਸੱਚਖੰਡ ਵਿੱਚ ਵੀ ਤੇ ਗੁਰੂ ਘਰ ਵਿੱਚ ਵੀ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਬਹਿਲੋ ਜੀ ਵਰਗੇ ਮਰ ਜੀਵੜੇ ਸਿੱਖਾਂ ਨੂੰ ਵਰਦਾਨ ਦਿੱਤੇ। ਤੋ ਕਵੀ ਸੰਤੋਖ ਸਿੰਘ ਜੀ ਇੱਥੇ ਲਿਖ ਰਹੇ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਟਾਂ ਵੇਖ ਕੇ ਪੱਕੀਆਂ ਖੁਸ਼ ਹੋਏ। ਸਿੱਖਾਂ ਦੱਸਿਆ ਮਰਜ ਭਾਈ ਬਹਿਲੋ ਜੀ ਲਿੱਦ ਲਿਆ ਲਿਆ ਕੇ ਪਾਉਂਦੇ ਰਹੇ, ਵਿਸ਼ਟਾ ਕੂੜਾ ਪਾਉਂਦੇ ਰਹੇ ਹੱਥੀਂ ਚੁੱਕ ਚੁੱਕ ਕੇ। ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਹਨ। ਅਤ ਸੇਵਾ ਬਹਿਲੋ ਕੀ ਦੇਖ। ਤੇ ਅਤ ਬਹੁਤੀ ਸੇਵਾ ਭਾਈ ਬਹਿਲੋ ਜੀ ਦੀ ਸੱਚੇ ਪਾਤਸ਼ਾਹ ਵੇਖੀ ਜਾਣੀ ਹੈ। ਕਿਰਪਾ ਦ੍ਰਿਸ਼ਟ ਗੁਰ ਕਰਤ ਵਿਸ਼ੇਖ। ਤੇ ਕਿਰਪਾ ਦੀ ਸੱਚੇ ਪਾਤਸ਼ਾਹ ਜੀ ਵਿਸ਼ੇਸ਼ ਕਰਕੇ ਮਹਾਰਾਜ ਜੀ ਕਿਰਪਾ ਦੀ ਦ੍ਰਿਸ਼ਟੀ ਕਰ ਰਹੇ ਹਨ। ਅੰਤਹਿ ਕਰਣ ਭਇਓ ਨਿਰਮਲਿਆ। ਮਹਾਰਾਜ ਕਹਿੰਦੇ ਭਾਈ ਬਹਿਲੋ ਤੇਰਾ ਅੰਤਹਿਕਰਨ ਜਿਹੜਾ ਮਨ ਬੁੱਧ ਚੇਤਿਆ ਹੁਣ ਇਹ ਨਿਰਮਲ ਹੋ ਚੁੱਕਾ ਹੈ, ਪਵਿੱਤਰ ਹੋ ਚੁੱਕਾ ਹੈ। ਵਿਸ਼ੈ ਵਾਸ਼ਨਾਦਿਕ ਸਭ ਦਲੀਆ। ਜਿੰਨੀ ਵਿਸ਼ੇ ਵਾਸ਼ਨਾ ਸੀ ਸੇਵਾ ਦੇ ਵਿੱਚ ਸਾਰੀ ਦਲੀ ਮਲੀ ਗਈ, ਨਾਸ਼ ਹੋ ਗਈ ਹੈ। ਇਮ ਸੇਵਾ ਮਹਿ ਲਗਿਓ ਕਨੇਰਾ। ਹਾਂ, ਇਹ ਭਾਈ ਬਹਿਲੋ ਸੇਵਾ ਵਿੱਚ ਬਹੁਤਾ ਡਾਢਾ ਲੱਗਿਆ ਹੋਇਆ ਹੈ। ਕਰਹਿ ਪਜਾਵਨ ਕਾਜ ਬਡੇਰਾ। ਤੇ ਇਸ ਤਰ੍ਹਾਂ ਭਾਈ ਬਹਿਲੋ ਇੱਟਾਂ ਨੂੰ ਪੱਕੀਆਂ ਕਰਨ ਦਾ ਸੋਹਣਾ ਕਾਰਜ ਪੂਰਾ ਕਰ ਰਿਹਾ ਹੈ। ਇੱਕ ਦਿਨ ਸ਼੍ਰੀ ਅਰਜਨ ਗੁਰ ਬੈਸੇ। ਇਸ ਤਰ੍ਹਾਂ ਕਵੀ ਜੀ ਕਹਿੰਦੇ ਇੱਕ ਦਿਨ ਦਾ ਸਮਾਂ, ਕਿਉਂਕਿ ਮਹਾਰਾਜ ਨੇ ਫਿਰ ਵਰਦਾਨ ਦਿੱਤੇ ਸੀ ਭਾਈ ਬਹਿਲੋ ਸਭ ਤੋਂ ਪਹਿਲੋਂ
ਫਿਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਦਿਨ ਸਹਿ ਸੁਭਾਏ ਸਜੇ ਬੈਠੇ ਐ ਕਹਿਓ ਲਾਂਗਰੀ ਆਏ ਸੋ ਐਸੇ। ਤੇ ਸਤਿਗੁਰਾਂ ਦੇ ਪਾਸ ਲਾਂਗਰੀ ਸਿੱਖ ਨੇ ਆ ਕੇ ਬੇਨਤੀ ਕੀਤੀ ਏ ਚੂਣ ਆਜ ਨਹਿ ਭਇਓ ਤਿਆਰੀ। ਵੀ ਮਹਾਰਾਜ ਅੱਜ ਕਿਸੇ ਕਾਰਨ ਹੁਣ ਆਟਾ ਨਹੀਂ ਹੈ ਲੰਗਰ ਵਿੱਚ ਹਜੂਰ, ਆਟਾ ਪੀਸਿਆ ਨਹੀਂ ਗਿਆ ਹੈ, ਆਟਾ ਤਿਆਰ ਨਹੀਂ ਹੈ ਅਟਕੀ ਦੇਗ ਸੋ ਭਈ ਲਚਾਰੀ। ਤੇ ਇਸ ਕਰਕੇ ਮਹਾਰਾਜ ਹੁਣ ਲਾਚਾਰ ਹੋਣ ਕਰਕੇ ਨਾ ਦੇਗ ਅਟਕੀ ਹੋਈ ਹੈ, ਭਾਵ ਹੁਣ ਲੰਗਰ ਪ੍ਰਸ਼ਾਦਾ ਅਜ ਤਿਆਰ ਨਹੀਂ ਹੋ ਰਿਹਾ, ਆਟਾ ਲੰਗਰ ਵਿੱਚ ਹੈ ਨਹੀਂ ਹੈ। ਸ਼੍ਰੀ ਗੁਰ ਸਿੱਖਨ ਸਾਥ ਤੇ ਅਲਾਏ। ਸੱਚੇ ਪਾਤਸ਼ਾਹ ਜੀ ਗੁਰੂ ਗਰੀਬ ਨਵਾਜ ਸਿੱਖਾਂ ਨੂੰ ਫਿਰ ਇਉਂ ਬੋਲਣ ਲੱਗੇ, ਕਹਿਣ ਲੱਗੇ ਆ ਆਜ ਦੇਗ ਕੋ ਔਰ ਚਲਾਏ। ਮਹਾਰਾਜ ਲਾਂਗਰੀ ਨੂੰ ਵੀ ਕਹਿੰਦੇ ਆ, ਮਹਾਰਾਜ ਕਹਿੰਦੇ ਫਿਕਰ ਨਾ ਕਰੋ ਭਾਈ, ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਲੰਗਰ ਹੈ, ਅੱਜ ਤੂੰ ਨਾ ਫਿਕਰ ਕਰ। ਲਾਂਗਰੀ ਨੂੰ ਕਹਿੰਦੇ ਅੱਜ ਇਹ ਲੰਗਰ ਤੇਰਾ ਕੋਈ ਹੋਰ ਹੀ ਚਲਾਵੇਗਾ। ਸੁਣ ਬਹਿਲੋ ਹੋਏ ਖਰੇ ਉਚਾਰੀ। ਇਹ ਬਚਨ ਸੁਣ ਕੇ ਭਾਈ ਬਹਿਲੋ ਜੀ ਸੰਗਤ ਵਿੱਚ ਖੜੇ ਹੋ ਗਏ ਹਨ, ਸ਼੍ਰੇਸ਼ਟ ਆਚਰਣ ਵਾਲੇ। ਰਾਵਰ ਕਰੀ ਜੋ ਮੋਹਿ ਦਿਹਾਰੀ। ਤੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜਿਹੜੀ ਤੁਸਾਂ ਸਾਡੀ ਦਿਹਾੜੀ ਨੀਯਤ ਕੀਤੀ ਸੀ ਨਾ, ਦਿਨ ਪ੍ਰਤੀ ਮੈਨੂੰ ਰਸਤ ਮਿਲਦੀ ਸੀ ਗੁਰੂ ਕੇ ਭੰਡਾਰਿਆਂ ਦੇ ਵਿੱਚੋਂ ਸੁੱਕੀ ਰਸਤ, ਸਰਬ ਇਕਤਰ ਅਹੈ ਸੋ ਧਰੀ। ਮਹਾਰਾਜ ਉਹ ਸਾਰੀ ਇਕੱਠੀ ਪਈ, ਮੈਂ ਵਰਤੀ ਨਹੀਂ, ਜਿਉਂਦੀ ਤਿਉਂ ਹੀ ਸਾਰੀ ਸਾਂਭ ਰੱਖੀ ਹੈ। ਆਟਾ ਸੁੱਕਾ, ਸੁੱਕੀ ਰਸਤ ਜਿਹੜੀ ਆਦਿਕ ਹੋਰ ਜਿਵੇਂ ਦਾਲਾਂ ਆਦਿਕ ਇਹ ਸਾਰੀ ਚੌਲ ਰਸਤਾਂ ਮਹਾਰਾਜ ਮੈਂ ਵਰਤੀਆਂ ਨਹੀਂ, ਤੁਹਾਡੇ ਦਰੋਂ ਘਰੋਂ ਜਿਵੇਂ ਮੈਨੂੰ ਨਿਤਾ ਪ੍ਰਤੀ ਜਾਂ ਹਫਤੇ ਜਾਂ 15 ਵਾਰ ਮਿਲਦੀ ਰਹੀ, ਸਾਰੀ ਮੈਂ ਸਾਂਭ ਕੇ ਰੱਖੀ ਹੋਈ ਹੈ। ਮੈਂ ਨਿਜ ਗੁਜਰ ਅਪਰ ਬਿਧ ਕਰੀ। ਤੇ ਮੈਂ ਮਹਾਰਾਜ ਕਿਸੇ ਹੋਰ ਤਰੀਕੇ ਨਾਲ ਆਪਦਾ ਗੁਜ਼ਾਰਾ ਕੀਤਾ, ਭਾਵ ਦੱਸਦੇ ਨਹੀਂ। ਤੇ ਭਾਈ ਬਹਿਲੋ ਜੀ ਸੰਗਤ ਦੇ ਘਰਾਂ ਚੋਂ ਰਾਤ ਨੂੰ ਵਧਿਆ ਪ੍ਰਸ਼ਾਦਾ ਮੰਗ ਕੇ ਛਕ ਲੈਂਦੇ ਰਹੇ, ਕਹਿ ਰਹੇ ਮਹਾਰਾਜ ਮੈਂ ਹੋਰ ਕਿਸੇ ਤਰੀਕੇ ਨਾਲ ਆਪਦਾ ਗੁਜ਼ਾਰਾ ਛਕ ਕੇ ਕਰਦਾ ਰਹਿਆ ਹਾਂ। ਸੋ ਸਭ ਰਸਤ ਦੇਗ ਦੇਹੁ ਪਾਏ। ਤੇ ਮਹਾਰਾਜ ਉਹ ਸਾਰੀ ਜਿਹੜੀ ਰਸਤ ਪਈ ਮੇਰੇ ਕੋਲ ਬੜੀ ਜੁੜੀ 6 ਮਹੀਨਿਆਂ ਦੀ, ਉਹ ਦੇਗ ਵਿੱਚ ਪਾ ਦਿੰਦੇ, ਲੰਗਰ ਵਿੱਚ ਪਾ ਦਿੰਨੇ ਆ। ਸ਼੍ਰੀ ਪ੍ਰਭ ਦਾਨ ਤਿਹਾਰੋ ਖਾਏ। ਮਹਾਰਾਜ ਇਹ ਸਾਰਾ ਤਾਂ ਤੁਹਾਡਾ ਹੀ ਦਿੱਤਾ ਸੱਚੇ ਪਾਤਸ਼ਾਹ ਜੀ, ਸਭ ਸੰਸਾਰ ਖਾ ਰਿਹਾ, ਮੇਰੇ ਕੋ ਵੀ ਤੁਹਾਡਾ ਹੀ ਦਿੱਤਾ ਹੋਇਆ ਹੈ। ਸ਼੍ਰੀ ਅਰਜਨ ਸੁਨ ਬੋਲੇ ਸਿੱਖਿਓ। ਸੁਣ ਕੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼੍ਰੇਸ਼ਟ ਉਪਦੇਸ਼ ਬਖਸ਼ਦੇ ਆ, ਸਿੱਖਿਆ ਬੋਲੇ ਆ। ਅਬ ਨਾ ਫਿਰੋ ਕਰ ਕਰ ਹਿਤ ਭੇਖਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਭਾਈ ਬਹਿਲੋ ਹੁਣ ਨਹੀਂ ਭਾਈ ਤੂੰ ਅੱਜ ਤੋਂ ਬਾਅਦ ਘਰਾਂ ਵਿੱਚ ਭਿੱਖਿਆ ਮੰਗਣ ਜਾਣਾ, ਰਾਤ ਨੂੰ ਉਹ ਵਧੇ ਪ੍ਰਸ਼ਾਦੇ ਨਹੀਂ ਕਿਸੇ ਘਰੋਂ ਮੰਗ ਕੇ ਛਕਣੇ ਆ। ਮੰਗ ਮੰਗ ਟੁਕਰੇ ਬਹੁਤ ਥਾਵਨ। ਤੇ ਬਹੁਤ ਤੂੰ ਇਸ ਤੋਂ ਪਹਿਲਾਂ ਟੁਕੜੇ ਮੰਗ ਮੰਗ ਕੇ ਜਿਹੜੇ ਤੂੰ ਖਾਦੇ ਹੋਏ ਆ, ਜਾਂ ਥਾਵਾਂ ਥਾਵਾਂ ਤੋਂ ਬੜੇ ਟੁੱਕ ਮੰਗ ਮੰਗ ਕੇ ਛਕਦਾ ਰਹਿਆ ਹੈ। ਸੋ ਸਭ ਹਮਕੋ ਕਰੋ ਖੁਆਵਨ। ਤੇ ਤੂੰ ਸਾਡਾ ਧਿਆਨ ਧਰ ਕੇ ਫਿਰ ਛਕ ਲੈਂਦਾ ਸੀ, ਤੇ ਲੋਕਾਂ ਦੇ ਘਰਾਂ ਚੋਂ ਮੰਗ ਕੇ ਕੋਈ ਜੂਠਾ ਮੀਠਾ ਜਦੋਂ ਤੂੰ ਛਕਦਾ ਸੀ, ਤੇ ਉਹ ਸਾਰੇ ਦਾ ਸਾਰਾ ਤੂੰ ਸਾਡਾ ਧਿਆਨ ਧਰ ਕੇ ਤੇ ਸਾਨੂੰ ਛਕਾਉਂਦਾ ਰਹਿਆ ਹੈ, ਕਿਉਂਕਿ ਸਿੱਖਾਂ ਵਿੱਚ ਅਸੀਂ ਵਸਦੇ ਹਾਂ। ਅਬ ਲੰਗਰ ਤੇ ਕਰਹ ਆਹਾਰਾ। ਇਸ ਕਰਕੇ ਨਾ ਹੁਣ ਲੰਗਰ ਦੇ ਤੋਂ ਭਾਈ ਆਹਾਰ ਕਰਨਾ, ਜੋ ਪ੍ਰਸ਼ਾਦਾ ਛਕਣਾ ਲੰਗਰ ਤੋਂ ਛਕਣਾ। ਤੋ ਖਾਲਸਾ ਜੀ ਇੱਥੇ ਸਿੱਧ ਹੋਇਆ ਵੀ ਗੁਰੂ ਅਰਜਨ ਦੇਵ ਮਹਾਰਾਜ ਤੇ ਸੱਚੇ ਪਾਤਸ਼ਾਹ ਜੀਆਂ ਦੀ ਸਤਿਗੁਰਾਂ ਦੇ ਭਾਵਨਾ ਨਾ, ਭਾਈ ਬਹਿਲੋ ਜੀ ਦੇ ਮਨ ਵਿੱਚ ਸ਼ਰਧਾ। ਤੇ ਗਰੀਬ ਨਵਾਜ ਇੱਥੇ ਆਪ ਕਹਿ ਰਿਹਾ ਵੀ ਭਾਈ ਬਹਿਲੋ ਜਿਹੜਾ ਸਿੱਖ ਹੈ ਸ਼ਰਧਾ ਵਾਲਾ, ਉਹਦੇ ਹਿਰਦੇ ਵਿੱਚ ਅਸੀਂ ਵਸਦੇ ਹਾਂ। ਜੇ ਸਿੱਖ ਉਹ ਜੂਠਾ ਮੀਠਾ ਛਕਦਾ ਫਿਰ ਉਹ ਸਾਨੂੰ ਆਉਂਦਾ। ਤੇ ਉਹ ਕਈ ਹੁਣ ਕਹਿੰਦੇ ਆਖੇ ਜੀ ਦੇਗ ਨੂੰ ਆਖੇ ਨਾ ਜੀ ਪ੍ਰਵਾਨ ਕਹਿਣਾ ਕਹੋ ਆਖੇ ਜੀ, ਤੇ ਆਖੇ ਮਹਾਰਾਜ ਭੋਗ ਥੋੜੀ ਲਾਉਂਦੇ ਆ। ਤੇ ਆਹ ਵੇਖ ਲਓ ਹੁਣ ਸੱਚੇ ਪਾਤਸ਼ਾਹ ਮਹਾਰਾਜ ਆਪ ਹੀ ਕਹਿ ਰਹੇ ਆ, ਗੁਰੂ ਗਰੀਬ ਨਵਾਜ ਇਤਿਹਾਸ ਵਿੱਚ ਥਾਂ ਥਾਂ ਪ੍ਰਸੰਗ ਆਉਂਦੇ ਆ। ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਵੀ ਪ੍ਰਸੰਗ ਆਇਆ ਸੀ, ਉਹ ਜਦੋਂ ਗਰੀਬ ਨਵਾਜ ਆਪ ਦਲੀਆ ਕੋਧਰਾ ਛਕਦੇ ਸੀ ਗੁਰੂ ਅਮਰਦਾਸ ਮਹਾਰਾਜ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਹੁਣ ਚੰਗਾ ਨਹੀਂ ਲੱਗਦਾ ਵੀ ਤੁਸੀਂ ਤਾਂ ਫੋਕਾ ਜਿਹਾ ਛਕ ਲੈਂਦੇ ਹੋ, ਥੋੜਾ ਜਿਹਾ ਆਹਾਰ ਇੱਕ ਬਾਟਾ ਦਲੀਏ ਦਾ, ਤੇ ਸਿੱਖਾਂ ਨੂੰ 36 ਪ੍ਰਕਾਰ ਦੇ ਭੋਜਨ ਛਕਾਉਂਦੇ ਹੋ। ਮਹਾਰਾਜ ਸਿੱਖ ਇਤਰਾਜ਼ ਕਰਦੇ ਆ ਵੀ ਮਹਾਰਾਜ ਵੀ ਜਾਂ ਤਾਂ ਆਪ ਛਕਣ, ਤੇ ਅਸੀਂ ਵੱਡੇ ਥੋੜੂ ਆ ਵੀ ਮਹਾਰਾਜ ਤੋਂ ਜ਼ਿਆਦਾ ਭੋਜਨ ਸੋਹਣਾ ਛਕੀਏ, ਮਹਾਰਾਜ ਤਾਂ ਫੋਕਾ ਦਲੀਆ ਛਕਦੇ ਆ। ਤੇ ਗੁਰੂ ਅਮਰਦਾਸ ਮਹਾਰਾਜ ਚੁੱਪ ਰਹੇ। ਇਹ ਦਲੀਆ ਪ੍ਰਸ਼ਾਦਾ ਛਕਿਆ ਸਾਰੀਆਂ ਸੰਗਤਾਂ ਨੇ, ਮਹਾਰਾਜ ਨੇ ਦਲੀਆ ਛਕਿਆ। ਜਦੋਂ ਫਿਰ ਸਿੱਖ ਨੇ ਮਹਾਰਾਜ ਦੇ ਹੱਥ ਸਾਫ਼ ਕਰਵਾਇਆ, ਜਲ ਪਾਇਆ, ਗਰੀਬ ਨਵਾਜ ਨੇ ਕੁਰਲੀ ਕੀਤੀ ਨਾ, ਸੱਚੇ ਪਾਤਸ਼ਾਹ ਜੀ ਮੂੰਹ ਕੁਰਲ ਕੇ ਜਦੋਂ ਧਰਤੀ ਤੇ ਉਹ ਜਦੋਂ ਮੁਖ ਦਾ ਪਾਣੀ ਕੱਢਿਆ,
ਤੇ ਵਿੱਚੋਂ ਦਾਲ ਜਾਂ ਜਿਹੜਾ ਵੀ ਕੁਝ ਬਣਿਆ ਸੀ ਨਾ, ਪਨੀਰ ਆਦਿਕ ਨਾਨਾ ਤਰ੍ਹਾਂ ਦੇ, ਪੂੜੀਆਂ, ਜੋ ਵੀ ਬਣਿਆ ਹੋਇਆ ਸੀਗਾ ਲੰਗਰ ਵਿੱਚੋਂ ਸਾਰੇ ਹੀ ਮਹਾਰਾਜ ਨੇ ਕੱਢ ਕੇ ਵਿਖਾ ਦਿੱਤਾ ਸੀ, ਮੁੱਖ ਦੇ ਵਿੱਚੋਂ ਕੁਰਲੀ ਰਾਹੀਂ। ਸਾਰਿਆਂ ਸੰਗਤਾਂ ਮਹਾਰਾਜ ਦੇ ਚਰਨੀ ਪਈਆਂ। ਮਹਾਰਾਜ ਕਹਿੰਦੇ ਭਾਈ ਅਸੀਂ ਸਿੱਖਾਂ 'ਚ ਹੀ ਵਸਦੇ ਹਾਂ, ਜੇ ਸਿੱਖ ਤ੍ਰਿਪਤ ਹੋ ਜਾਣ, ਸਿੱਖ ਰੱਜ ਜਾਣ, ਗੁਰੂ ਕੀ ਸੰਗਤ ਰੱਜ ਜਾਵੇ, ਤੇ ਉਸੇ ਵਿੱਚ ਹੀ ਸਾਡਾ ਭਾਈ ਵਸ ਹੈ, ਸਾਨੂੰ ਸੰਗਤਾਂ ਦਾ ਖਾਧਾ ਪਹੁੰਚਦਾ। ਇਸ ਕਰਕੇ ਸਾਧ ਸੰਗਤ ਜੀ ਹੁਣ ਸਿੱਖਾਂ 'ਚੋਂ ਸ਼ਰਧਾ ਹੀ ਨਹੀਂ ਰਹੀ। ਮੈਂ ਤਾਂ ਕਹਿੰਦਾ ਜਿਹੜੇ ਕਹਿੰਦੇ ਪ੍ਰਵਾਨ ਕਰਾਉਣਾ ਚਾਹੀਦਾ, ਉਹਨਾਂ ਦਾ ਪ੍ਰਵਾਨ ਵੀ ਨਹੀਂ ਕਰਨਾ ਮਹਾਰਾਜ ਨੇ। ਸਾਡੇ ਮੱਥੇ ਵਾਲੇ ਨਾ ਜਪਜੀ ਸਾਹਿਬ ਪੜ੍ਹਨ, ਸੱਚੇ ਪਾਤਸ਼ਾਹ ਦੀ ਦੇਗ ਤੇ ਦਾਤਨ ਕਰਦੇ ਹੋਏ ਸਾਧ ਸੰਗਤ ਜੀ ਇਹ ਦੇਗ ਬਣਾ ਦਿੰਦੇ ਆ। ਕੋਈ ਇਸ਼ਨਾਨ ਨਹੀਂ, ਕੋਈ ਸੁਚਮਤਾ ਸੌਚਤਾ ਨਹੀਂ, ਕੋਈ ਸ਼ਰਧਾ ਨਹੀਂ। ਇਹਨਾਂ 'ਚ ਸ਼ਰਧਾ ਨਹੀਂ, ਇਹਨਾਂ ਦੀ ਸ਼ਰਧਾ ਤੋਂ ਬਿਨਾਂ ਤਾਂ ਫਿਰ ਪ੍ਰਵਾਨ ਵੀ ਨਹੀਂ ਮਹਾਰਾਜ ਨੇ ਕਰਨਾ। ਜੇ ਸ਼ਰਧਾ ਹੈ ਤੇ ਮਹਾਰਾਜ ਛਕਣਗੇ ਵੀ। ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ, ਉਹ ਕਿਆ ਕਰਦੇ ਸੀ, ਕੋਈ ਸਿੱਖ ਦੇਗ ਬਣਾਵੇ ਸੀ ਸ਼ਰਧਾ ਦੇ ਨਾਲ, ਜਪਜੀ ਸਾਹਿਬ ਪੜ੍ਹੇ, ਸਣ ਕੇ ਸੀ ਇਸ਼ਨਾਨ ਕੀਤਾ ਹੋਵੇ, ਤੇ ਕੋਈ ਕਹਿ ਦੇਗ ਦੀ ਮਰਿਆਦਾ ਬਹੁਤ ਹੈ ਖਾਲਸਾ ਜੀ। ਵਾਸਤਵ ਵਿੱਚ ਚਲੋ ਗੁਣ ਔਗੁਣ ਹੁਣ ਸਾਰਿਆਂ 'ਚ ਆ, ਪਰ ਮਹਾਰਾਜ ਦੀ ਦੇਗ ਬਣਾਉਣ ਵਾਲਾ ਕੋਈ ਕਰਹਿਤੀਆ ਨਹੀਂ ਚਾਹੀਦਾ। ਅੰਮ੍ਰਿਤਧਾਰੀ ਹੋਵੇ, ਤਿਆਰ ਬਰ ਤਿਆਰ ਹੋਵੇ, ਕਰਹਿਤੀਆ ਨਾ ਹੋਵੇ। ਉਹ ਦੇਗ ਬਣਾਵੇ ਸੱਚੇ ਪਾਤਸ਼ਾਹ ਦੇ ਦਰ ਘਰ ਦੀ। ਦੇਗ ਬਣਾਉਣ ਤੋਂ ਬਾਅਦ ਫਿਰ ਉੱਤੇ ਜਪਜੀ ਸਾਹਿਬ ਦੀ ਪਾਵਨ ਬਾਣੀ ਪੜ੍ਹੀ ਜਾਵੇ, ਹਜ਼ੂਰ ਦੇ ਹਜ਼ੂਰ ਲਿਆ ਕੇ ਆਨੰਦ ਸਾਹਿਬ ਦੀ ਪਾਵਨ ਬਾਣੀ ਪੜ੍ਹੀ ਜਾਵੇ। ਤੇ ਬਾਬਾ ਗੁਰਬਚਨ ਸਿੰਘ ਜੀ ਕਹਿੰਦੇ ਹੁੰਦੇ ਸੀ, ਭਾਈ ਦੇਗ ਤੋੜ ਲੈਣੀ, ਚਾਹੇ ਪਹਿਲਾਂ ਭੋਗ ਲਵਾਉਣ ਤੋਂ, ਤੇ ਭੋਗ ਲਵਾ ਕੇ ਤੋੜ ਲਿਆ ਜੇ ਸ਼੍ਰੀ ਸਾਹਿਬ ਭੇਟ ਕਰਨ ਤੋਂ ਬਾਅਦ। ਜੇ ਨਾ ਘਟੇ ਤੇ ਅਸੀਂ ਇਸ ਗੱਲ ਦੇ ਜਾਮਣ ਹਾਂ। ਇਹ ਉਹਨਾਂ ਦੀਆਂ ਕਥਾ ਵਿੱਚ ਅਕਸਰ ਹੀ ਸੁਣਨ ਨੂੰ ਮਿਲਦਾ ਰਿਹਾ। ਪਰ ਗੱਲ ਇਹ ਆ ਵੀ ਉਹ ਸ਼ਰਧਾ ਨਾ ਹੋਣ ਕਰਕੇ ਹੁਣ ਇਹ ਕਹਿੰਦੇ ਆਖੇ ਜੀ ਉਹ ਮਹਾਰਾਜ ਭੋਗ ਨਹੀਂ ਲਾਉਂਦੇ, ਮਹਾਰਾਜ ਪ੍ਰਵਾਨ ਹੀ ਨਹੀਂ ਕਰਦੇ ਸ਼ਰਧਾ ਤੋਂ ਹੀਣਿਆਂ ਦਾ। ਸੱਚੇ ਪਾਤਸ਼ਾਹ ਜੀ ਉਹ ਦਿੱਤਾ ਸੀ ਨਾ ਬਹਾਦਰ ਸ਼ਾਹ ਨੇ ਮਹਾਰਾਜ ਨੂੰ ਹੀਰਾ, ਸਤਿਗੁਰਾਂ ਵਗਾ ਕੇ ਨਦੀ 'ਚ ਮਾਰਿਆ ਸੀ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਸ਼ਰਧਾ ਰੱਖੀਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਮੰਨਦੇ ਨਹੀਂ ਵੀ ਇਹ ਪ੍ਰਗਟ ਗੁਰਾਂ ਕੀ ਦੇਹ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਸੱਚੇ ਪਾਤਸ਼ਾਹ ਪ੍ਰਗਟ ਪ੍ਰਤੱਖ ਦੇਹ ਆਖਿਆ ਵੀ ਜਿਹੋ ਜਿਹੇ ਅਸੀਂ ਆ 10 ਜਾਮਿਆਂ 'ਚ ਸਾਡੇ ਦਰਸ਼ਨ ਕੀਤੇ, ਇਸੇ ਤਰ੍ਹਾਂ ਹੀ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੋ। ਇਹ ਪ੍ਰਗਟ ਪ੍ਰਤੱਖ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ 11ਵਾਂ ਸਰੂਪ ਹੈ। ਤੋ ਪਰ ਨਾ ਉਹ ਸ਼ਰਧਾ ਹੋਣ ਕਰਕੇ ਫਿਰ ਉਹ ਐਸੀਆਂ ਗੱਲਾਂ ਕਰਦੇ ਆ। ਪੱਖੇ ਦੀ ਲੋੜ ਨਹੀਂ ਜੀ। ਇੱਥੇ ਵੀ ਉਹ ਆਏ ਸੀ ਕਮੇਟੀ ਵਾਲੇ ਕਿ ਜੀ ਏਸੀ ਨਹੀਂ ਲਾਉਣਾ ਇਹਦੇ ਵਿੱਚ। ਮੈਂ ਕਿਹਾ ਭਾਈ ਅਸੀਂ ਤਾਂ ਲਾਵਾਂਗੇ, ਕੰਬਲ ਵੀ ਦੇਵਾਂਗੇ, ਅਸੀਂ ਸਾਰਾ ਕੁਝ ਕਰਾਂਗੇ। ਤੁਸੀਂ ਜੋ ਕਰਨਾ ਹੈ ਉਹ ਇੱਕ ਪਾਸੇ ਦੋਹਰਾ ਪੜ੍ਹਦੇ ਹੋ ਕਿ ਪ੍ਰਗਟ ਗੁਰਾਂ ਕੀ ਦੇਹ, ਦੂਜੇ ਪਾਸੇ ਕਹਿੰਦੇ ਜਿਹਨੂੰ ਪੱਖੇ ਦੀ ਲੋੜ ਨਹੀਂ ਹੈ, ਇੱਥੇ ਕੋਈ ਕੰਬਲ ਦੀ ਲੋੜ ਨਹੀਂ ਹੈ, ਤੇ ਫਿਰ ਤਾਂ ਇਹਦੇ ਅੱਗੇ ਅਰਦਾਸ ਕਰਨ ਦੀ ਲੋੜ ਨਹੀਂ। ਇਹਨਾਂ ਅੱਗੇ ਫਿਰ ਅਰਦਾਸ ਵੀ ਨਹੀਂ ਸੁਣਦੇ। ਪਰ ਮਹਾਰਾਜ ਦੀ ਬਾਣੀ ਕਹਿੰਦੀ ਸਤਿਗੁਰ ਜਾਗਤਾ ਹੈ ਦਿਓ, ਇਹ ਸਾਧ ਸੰਗਤ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਾ ਸਮਾਏ। ਉਹ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਤੇ ਸ਼ਰਧਾ ਜਿੰਨੀ ਕੁ ਰੱਖੀਏ ਫਿਰ ਜੈਸਾ ਸੇਵੈ ਤੈਸੋ ਹੋਵੈ। ਤੋ ਇੱਥੇ ਪ੍ਰਸੰਗ ਆਇਆ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਬਹਿਲੋ ਨਾ ਛਕਿਆ ਕਰ ਭਾਈ ਤੂੰ ਲੋਕਾਂ ਦੇ ਘਰਾਂ ਚੋਂ ਜੂਠਾ ਮੀਠਾ, ਤੇਰੇ ਹਿਰਦੇ ਵਿੱਚ ਅਸੀਂ ਵਸਦੇ ਹਾਂ। ਜਦੋਂ ਸਾਡਾ ਧਿਆਨ ਧਰ ਕੇ ਛਕਦਾ ਫਿਰ ਉਹ ਸਾਰਾ ਕੁਝ ਸਾਨੂੰ ਆਉਂਦਾ ਹੈ। ਲੰਗਰ ਤੇ ਕਰਹ ਆਹਾਰਾ। ਤੇ ਅੱਜ ਤੋਂ ਬਾਅਦ ਭਾਈ ਇਹ ਕਿਰਿਆ ਛੱਡ ਦੇਣੀ ਆ ਮੰਗਣ ਵਾਲੀ, ਤੇ ਲੰਗਰ ਦੇ ਵਿੱਚੋਂ ਹੀ ਪ੍ਰਸ਼ਾਦਾ ਛਕਣਾ ਹੈ। ਨਹਿ ਜਾ ਚਾਹ ਤੋਹੇ ਭਾਉ ਉਦਾਰਾ। ਆ ਤੇਰੇ ਮਨ ਵਿੱਚ ਬੜਾ ਪ੍ਰੇਮ ਹੈ, ਭਰੋਸਾ, ਇਸ ਕਰਕੇ ਤੂੰ ਹੁਣ ਨਹੀਂ ਕਿਤੋਂ ਛਕਣਾ ਲੰਗਰ ਤੋਂ ਬਿਨਾ। ਹਮਰੀ ਕਰ ਪ੍ਰਸੰਨਤਾ ਐਸੇ। ਤੇ ਸਾਡੀ ਇਸ ਤਰ੍ਹਾਂ ਤੂੰ ਪ੍ਰਸੰਨਤਾ ਲੈਣੀ, ਖੁਸ਼ੀ ਲੈਣੀ ਹੈ। ਜਾਚੇ ਟੁਕੜੇ ਦੇਹੋ ਨ ਕੈਸੇ। ਵੀ ਕਿਸੇ ਤਰ੍ਹਾਂ ਵੀ ਜਿਹੜੇ ਉਹ ਟੁਕੜੇ ਮੰਗ ਕੇ ਹੁਣ ਤੂੰ ਛਕਣੇ ਨਹੀਂ ਹੈ। ਵਾਹਿਗੁਰੂ ਕਹਿ ਅਰਪਤ ਹਮੈ। ਮੰਗ ਲੈਣਾ ਲੋਕਾਂ ਦੇ ਘਰਾਂ ਸਿੱਖਾਂ ਦਿਆਂ ਚੋਂ, ਤੇ ਵਾਹਿਗੁਰੂ ਕਹਿ ਕੇ ਨਾਮ ਜਪ ਕੇ ਤੂੰ ਸਾਨੂੰ ਭੋਗ ਲਵਾ ਦੇਣਾ, ਅਰਪ ਦੇਣਾ ਹੈ, ਚੜਾ ਦੇਣਾ ਹੈ। ਟੁਕੜੇ ਦੇ ਤੋ ਜੋ ਖੈਬੇ ਸਮੈ। ਜਿਹੜੇ ਖਾਣ ਤੋਂ ਵਧੇ ਹੋਏ ਟੁਕੜੇ ਤੈਨੂੰ ਸੰਗਤਾਂ ਦਿੰਦੀਆਂ, ਉਹ ਅਰਦਾਸ ਕਰਕੇ ਆਪ ਛਕਣ ਲੱਗਾ ਸਾਨੂੰ ਛਕਾਉਂਦਾ ਹੈ। ਹਮਕੋ ਪ੍ਰਾਪਤ ਹੋਵਤ ਆਏ। ਉਹ ਸਾਰੇ ਭਾਈ ਸਾਨੂੰ ਆਣ ਪ੍ਰਾਪਤ ਹੁੰਦੇ ਹਨ। ਲੈ ਗੁਰ ਨਾਮ ਅਪਰ ਦੇਖਾਏ। ਤੇ ਇਸ ਤਰ੍ਹਾਂ ਤੂੰ ਜਿਹੜਾ ਹੈ ਗੁਰੂ ਕਾ ਨਾਮ ਲੈ ਕੇ ਸਾਨੂੰ ਧਿਆ ਕੇ ਆਪ ਛਕਦਾ, ਨਾਲੇ ਦੂਜਿਆਂ ਨੂੰ ਖਵਾਉਂਦਾ ਹੈ।
ਆਧੋ ਭੋਜਨ ਆਪ ਵੀ ਅਚਹਿ ਅੱਧਾ ਭੋਜਨ ਤਾਂ ਤੂੰ ਆਪ ਛਕ ਲੈਂਦਾ ਹੈ ਅਰਧ ਗੁਰੂ ਹਿਤ ਤੂੰ ਅਰਪੈ ਤੇ ਅੱਧਾ ਗੁਰੂ ਹਿਤ ਤੂੰ ਸਾਨੂੰ ਅਰਪ ਦਿੰਦਾ ਹੈ, ਭੇਟ ਦਿੰਦਾ ਹੈ। ਤਜਹਾ ਸੁ ਅਚਵਹ ਦੇਗ ਆਹਾਰਾ ਇਸ ਲਈ ਇਹ ਕਿਰਿਆ ਛੱਡ ਕੇ ਭਾਈ ਬਹਿਲੋ ਤੇ ਦੇਗ ਚੋਂ ਅੱਜ ਤੋਂ ਬਾਅਦ ਭਾਵ ਲੰਗਰ ਚੋਂ ਪ੍ਰਸ਼ਾਦਾ ਛਕਣਾ ਹੈ ਕਰਹ ਪ੍ਰੇਮ ਸੋ ਤੀਰਥਕਾਰਾ ਤੇ ਗੁਰੂ ਕੀ ਸੇਵਾ ਜਿਹੜੀ ਅੰਮ੍ਰਿਤ ਸਰੋਵਰ ਦੀ ਸੇਵਾ ਦੇ ਨਾਲ ਸਦਾ ਪ੍ਰੇਮ ਕਰਨਾ ਹੈ। ਸੁਣ ਬਹਿਲੋ ਮਾਨੀ ਗੁਰਬਾਨੀ ਸੁਣ ਕੇ ਭਾਈ ਬਹਿਲੋ ਜੀਆਂ ਸਤਿਗੁਰੂ ਦੇ ਬਚਨ ਮੰਨਿਆ ਕਰਨ ਲਗਿਓ ਤਿਮ ਜਥਾ ਬਖਾਨੀ ਜਿਵੇਂ ਮਹਾਰਾਜ ਨੇ ਹੁਕਮ ਕੀਤਾ ਫਿਰ ਬੜਾ ਕਮਰ ਕੱਸਾ ਕਰਕੇ ਤਿਆਰ ਬਰ ਤਿਆਰ ਹੋ ਬੜੀ ਸੇਵਾ ਕਰਦੇ ਆ ਬਹੁ ਨਰਖਨ ਹੈ ਉਠਾਵਹਿ ਭਾਰ ਤੇ ਬੜੇ ਉਥੇ ਸਿੱਖ ਜਿਹੜੇ ਟੋਕਰੇ ਭਰਦੇ ਆ ਕੋਈ ਚੁੱਕੀ ਜਾਂਦਾ ਹੈ ਕਰਹਿ ਬ੍ਰਿੰਦ ਮ੍ਰਿਤਕਾ ਕੀ ਕਾਰ ਸਾਰੀਆਂ ਸਿੱਖ ਸੰਗਤਾਂ ਜਿੱਥੇ ਥੋੜੀ ਖੁਦਾਈ ਬਾਕੀ ਰਹਿੰਦੀ ਸਰੋਵਰ ਦੀ ਉਹ ਕਰ ਰਹੀਆਂ ਹਨ ਬਹਿਲੋ ਧਰਹਿ ਟੋਕਰਾ ਆਗੈ ਤੇ ਉਹ ਭਾਈ ਬਹਿਲੋ ਵੀ ਉਹ ਟੋਕਰਾ ਢੋਣ ਦੀ ਸੇਵਾ ਕਰਦੇ ਜਦੋਂ ਇੱਟਾਂ ਪੱਕ ਜਾਂਦੀਆਂ ਪਰ ਰਹਿੰਦੇ ਟਾਈਮ ਭਾਈ ਬਹਿਲੋ ਜੀ ਮਿੱਟੀ ਦੀ ਸੇਵਾ ਕਰਦੇ ਆ ਟੋਕਰਾ ਅੱਗੇ ਰੱਖ ਦਿੰਦੇ ਆ ਭਰਨ ਵਾਲਿਆਂ ਦੇ ਖਨਹਿ ਸਿੱਖ ਇੱਕ ਭਰਬੇ ਲਾਗੈ ਤੇ ਕੁਝ ਸਿੱਖ ਪੁੱਟੀ ਜਾਂਦੇ ਆ ਮਿੱਟੀ ਕੁਝ ਭਰੀ ਜਾਂਦੇ ਟੋਕਰੀਆਂ ਨੂੰ ਬਹੁਤ ਮ੍ਰਿਤ ਕਾ ਪਾਵਹਿ ਤਾਹੇ ਜਦੋਂ ਬਹੁਤੀ ਮਿੱਟੀ ਪਾ ਦਿੰਦੇ ਆ ਭਾਈ ਬਹਿਲੋ ਜੀ ਦੀ ਟੋਕਰੀ ਦੇ ਵਿੱਚ ਇਹੋ ਤਿਨ ਕੋ ਕਿਮ ਬਰਜਤ ਤੇ ਨਾਹੇ ਭਾਈ ਬਹਿਲੋ ਜੀ ਮਸਤ ਸੁਭਾਅ ਦੇ ਰੋਕਦੇ ਨਹੀਂ ਕਿਸੇ ਨੂੰ ਕੋਈ ਜਿੰਨੀ ਮਰਜ਼ੀ ਮਿੱਟੀ ਪਾ ਦਿੰਦਾ ਹੈ ਪਰ ਹੈ ਜੋ ਮ੍ਰਿਤਕਾ ਤਿਨਹ ਅਗਾਰੀ ਜਿਹੜੀ ਸਾਰੀ ਮਿਰਤਕਾ ਭਰੀ ਹੁੰਦੀ ਆ ਜਿਨ੍ਹਾਂ ਅੱਗੇ ਟੋਕਰੀਆਂ ਰੱਖੀਆਂ ਨੇ ਧਰਹਿ ਟੋਕਰਾ ਕਰਹਿ ਸੁਪਾਰੀ ਤੇ ਉਹ ਭਰ ਭਰ ਕੇ ਟੋਕਰਾ ਜਿਹੜਾ ਉਹ ਭਾਰੀ ਕਰ ਦਿੰਦੇ ਆ ਇਹਦਾ ਅਣਵੇ ਕਰੀਏ ਪਰ ਹੈ ਜੋ ਮਿਰਤਕਾ ਧਰ ਹੈ ਟੋਕਰਾ ਤਿਨਹੁ ਅਗਾਰੀ ਕਰ ਹੈ ਸੋ ਭਾਰੀ ਇਸ ਤਰ੍ਹਾਂ ਅਨਵੇ ਕਰਕੇ ਅਰਥ ਕਿਉਂਕਿ ਕਾਵ ਦੇ ਨਿਯਮਾਂ ਵਿੱਚ ਉਹ ਅੱਖਰ ਅੱਗੇ ਪਿੱਛੇ ਹੋ ਜਾਂਦੇ ਆ ਤੋ ਕਹਿੰਦੇ ਆ ਕਿ ਜਿਹੜੇ ਟੋਕਰਾ ਭਰਨ ਵਾਲੇ ਆ ਉਹਨਾਂ ਦੇ ਅੱਗੇ ਭਾਈ ਬਹਿਲੋ ਜੀ ਟੋਕਰਾ ਰੱਖ ਦਿੰਦੇ ਆ ਤੇ ਉਹ ਭਾਈ ਬਹਿਲੋ ਨਾਲ ਮਜ਼ਾਕ ਕਰਦੇ ਕਰਦੇ ਭਾਈ ਬਹਿਲੋ ਦੀ ਟੋਕਰੀ ਜਾਂ ਟੋਕਰਾ ਬਹੁਤ ਉੱਚੀ ਚੋਟੀ ਲਾ ਦਿੰਦੇ ਮਿੱਟੀ ਨਾਲ ਭਰ ਦਿੰਦੇ ਆ ਆਪ ਗੁਰੂ ਦਿਸ਼ ਟਕ ਚੱਕ ਲਿਆਵੈ ਤੇ ਭਾਈ ਬਹਿਲੋ ਜੀ ਤਾਂ ਰੋਕੇ ਨਾ ਜਿਹਦਾ ਧਿਆਨ ਹੋਵੇ ਭਾਈ ਬਹਿਲੋ ਜੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਅੰਮ੍ਰਿਤ ਸਰੋਵਰ ਦੇ ਕਿਨਾਰੇ ਬੈਠੇ ਹੋਏ ਆ ਭਾਈ ਬਹਿਲੋ ਜੀ ਸਦਾ ਹੀ ਗੁਰੂ ਅਰਜਨ ਦੇਵ ਮਹਾਰਾਜ ਵੱਲ ਵੇਖੀ ਜਾਂਦੇ ਆ ਇੱਕ ਟਕ ਹੀ ਇਤ ਉਤ ਦ੍ਰਿਸ਼ਟ ਨ ਕਬਹੂ ਚਲਾਵੈ ਵੀ ਇਧਰ ਉਧਰ ਨਿਗਾਹ ਨਹੀਂ ਮਾਰਦੇ ਭਾਈ ਬਹਿਲੋ ਜੀ ਸਤਿਗੁਰਾਂ ਦੇ ਦਰਸ਼ਨ ਹੀ ਕਰੀ ਜਾਂਦੇ ਨੇ ਸਤਿਗੁਰ ਮੁਖ ਕੋ ਦੇਖਤ ਰਹੈ ਭਾਈ ਬਹਿਲੋ ਜੀ ਸਤਿਗੁਰਾਂ ਦੇ ਮੁਖ ਨੂੰ ਇਸ ਤਰ੍ਹਾਂ ਵੇਖੀ ਜਾਂਦੇ ਆ ਚੁੱਕਾ ਸੀਸ ਪਰ ਜਬ ਨਰਕ ਹੈ ਤੇ ਹਟਦੇ ਭਾਈ ਉਦੋਂ ਆ ਭਾਈ ਸਾਹਿਬ ਜੀ ਜਦੋਂ ਸਿੱਖ ਕਹਿੰਦਾ ਨਾ ਲੈ ਭਾਈ ਜੀ ਤੁਹਾਡਾ ਟੋਕਰਾ ਭਰ ਗਿਆ ਹੁਣ ਇਹਨੂੰ ਸੀਸ ਤੇ ਉਠਾਉਣਾ ਕਰੋ ਦੋਏ ਤ੍ਰੈ ਨਰ ਉਠ ਬਾਵਨ ਕਰੈ ਤੇ ਇੰਨਾ ਭਰਿਆ ਹੋਇਆ ਟੋਕਰਾ ਮਿੱਟੀ ਦਾ ਵੀ 3-4 ਜਣ ਇੱਕ ਪਾਸੇ ਲੱਗ ਕੇ ਭਾਈ ਬਹਿਲੋ ਜੀ ਬੜੇ ਜਰਵਾਣੇ ਸੀ ਦੱਸਦੇ ਤੇ ਇਹਨਾਂ ਦੇ ਸਿਰ ਤੇ ਰੱਖ ਦਿੰਦੇ ਆ ਗਿਨਹਿ ਕਛੂ ਸੋ ਸਿਰ ਪਰ ਤਰੈ ਤੇ ਭਾਈ ਬਹਿਲੋ ਜੀ ਕੋਈ ਗਿਣਤੀ ਮਿਣਤੀ ਨਹੀਂ ਕਰਦੇ ਆਪਦੇ ਸੀਸ ਤੇ ਟੋਕਰਾ ਰੱਖ ਲੈਂਦੇ ਆ ਵਹਿਰ ਗੀਰ ਪੁਨ ਆਵਹਿ ਦੌਰ ਤੇ ਇਸ ਤਰ੍ਹਾਂ ਬਾਹਰ ਮਿੱਟੀ ਸੁੱਟ ਕੇ ਜਿੱਥੇ ਕੱਢਦੇ ਆ ਫਿਰ ਵਾਪਸ ਮੁੜ ਆਉਂਦੇ ਆ ਗੁਰਮੁਖ ਪਿਖ ਹੈ ਥਿਰੈ ਤਿਸ ਠਾਰ ਤੇ ਉਥੇ ਟੋਕਰਾ ਫੇਰ ਭਰਾਇਆਂ ਦੇ ਅੱਗੇ ਰੱਖ ਕੇ ਤੇ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਦੇ ਮੁਖ ਵਾਲੀ ਵੇਖੀ ਜਾਂਦੇ ਆ ਹਸਣ ਹੇਤ ਨਰ ਭਰੈ ਵਿਸ਼ਾਲ ਹੁਣ ਉਥੇ ਸ਼ਰਾਰਤੀ ਵੀ ਹੁੰਦੇ ਸੇਵਾ ਕਰਨ ਵਾਲਿਆਂ ਵਿੱਚ ਉਹ ਫਿਰ ਇਸ ਨੂੰ ਭਲਾ ਜਿਹਾ ਜਾਣ ਕੇ ਨਾ ਤੇ ਸਿੱਧਾ ਜਿਹਾ ਸੁਧਾ ਸੁਭਾਅ ਜਾਣ ਕੇ ਮਜ਼ਾਕ ਕਰਨ ਵਜੋਂ ਫਿਰ ਇਹਦਾ ਟੋਕਰਾ ਜਾਣ ਕੇ ਹੋਰ ਭਰ ਦਿੰਦੇ ਆ ਕਿ ਜਿਕ ਮਨ ਮ੍ਰਿਤਕਾ ਕੇ ਨਾਲ ਕਈ ਮਣ ਮਿੱਟੀ ਜਾਂ ਟੋਕਰਾ ਬਦਲ ਦੇਣਾ ਵੱਡਾ ਟੋਕਰਾ ਲਿਆ ਰੱਖ ਦੇਣਾ ਇਹ ਭਾਈ ਬਹਿਲੋ ਜੀਆਂ ਗੁਰੂ ਅਰਜਨ ਦੇਵ ਮਹਾਰਾਜ ਵਾਲੀ ਵੇਖੀ ਜਾਣਾ ਉਹ ਸੇਵਾਦਾਰਿਆਂ ਉਹਦਾ ਟੋਕਰਾ ਬਦਲ ਦੇਣਾ ਤੇ ਐਨ ਚੋਟੀਆਂ ਲਾ ਦੇਣੀਆਂ ਕਈ ਮਣ ਮਿੱਟੀ ਪਾ ਦਿੰਦੇ ਆ ਸਭ ਮਿਲ ਕਰਹਿ ਹਾਸ ਤਿਸ ਕੇਰੇ ਇਸ ਤਰ੍ਹਾਂ ਭਾਈ ਬਹਿਲੋ ਜੀ ਦਾ ਸੁਧਾ ਸੁਭਾਅ ਜਾਣ ਕੇ ਮਸਤ ਸੁਭਾਅ ਜਾਣ ਕੇ ਇਹਦੇ ਨਾਲ ਹਾਸਾ ਕਰ ਲੈਂਦੇ ਆ ਸਾਰੇ ਹੀ ਕੁਛ ਨਹਿ ਗਨਹਿ ਗੁਰੂ ਦਿਸ਼ ਹੇਰੇ ਤੇ ਭਾਈ ਬਹਿਲੋ ਜੀ ਕੁਝ ਨਹੀਂ ਜਾਣਦੇ ਗਿਣਦੇ ਬਸ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਲੇ ਵੇਖੀ ਜਾਂਦੇ ਆ ਭਾਰ ਉਠਾਵਹਿ ਜੇ ਤਿਕ ਪਾਵਹਿ ਜਿੰਨਾ ਕੋਈ ਭਰ ਦੇਵੇ ਉਨਾ ਹੀ ਭਾਰ ਚੁੱਕ ਕੇ ਸਿਰ ਤੇ
ਲੈ ਜਾਂਦੇ ਹੈ। ਵਹਿਰ ਗੀਰ ਦੌਰਤ ਪੁਨ ਤੇ ਆਵਹਿ। ਬਾਹਰ ਜਿਹੜਾ ਵਾ ਉਹ ਗੇਰ ਕੇ ਤੇ ਫੇਰ ਪੁਨः ਵਾਪਸ ਮੁੜ ਆਉਂਦੇ ਆ। ਮੁਖ ਤੇ ਮਾਨ ਕਹਿ ਨਹਿ ਕਾਹੂ। ਮੁਖੋਂ ਚੁੱਪ ਰਹਿੰਦੇ ਆ, ਬਹੁਤ ਘੱਟ ਬੋਲਣ ਵਾਲੇ ਹਨ। ਬਿਖ ਹੈ ਪ੍ਰੇਮ ਰਾਤਾ ਰੰਗ ਮਾਹੂ। ਤੇ ਸਦਾ ਪ੍ਰੇਮ ਗੁਰੂ ਅਰਜਨ ਦੇਵ ਮਹਾਰਾਜ ਦੇ ਰੰਗ ਵਿੱਚ ਰਤੇ ਰਹਿੰਦੇ, ਤਦਾ ਕਰ ਰਹਿੰਦੇ ਆ। ਸਤਿਗੁਰਾਂ ਦੇ ਦਰਸ਼ਨ ਕਰੀ ਜਾਂਦੇ ਸਾਰਾ ਦਿਨ, ਬੋਲਦੇ ਚੱਲਦੇ ਕਿਸੇ ਨਾਲ ਨਹੀਂ ਹਨ। ਜਬ ਲਗ ਗੁਰ ਬੈਠੇ ਖਨਵਾਵਹਿ। ਜਿੰਨਾ ਸਮਾਂ ਕਵੀ ਜੀ ਕਹਿੰਦੇ ਗੁਰੂ ਸਾਹਿਬ ਮਹਾਰਾਜ ਆਪ ਬੈਠੇ ਹੋਏ ਤੇ ਸਾਰੀ ਸੇਵਾ ਕਰਵਾਈ ਜਾਂਦੇ ਐ। ਤਬ ਲਗ ਠੇਠਾਂ ਕਾਰ ਕਮਾਵਹਿ। ਤੇ ਉਹਨਾਂ ਸਮਾਂ ਭਾਈ ਬਹਿਲੋ ਜੀ ਸਤਿਗੁਰਾਂ ਦੇ ਅੱਗੇ ਹੋ ਕੇ ਸੇਵਾ ਕਰਦੇ ਆ ਬੜੀ। ਜਬ ਸ੍ਰੀ ਗੁਰੂ ਰਾਜੈ ਥਲ ਔਰ। ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਹੋਰ ਪਾਸੇ ਜਾ ਕੇ ਕਿਸੇ ਹੋਰ ਪ੍ਰਕਰਮਾਂ ਦੇ ਕਿਨਾਰੇ ਬਹਿ ਜਾਂਦੇ ਆ, ਕਰ ਹੈ ਕਾਰ ਪਜਾਵਨ ਠਾਰ। ਫਿਰ ਭਾਈ ਬਹਿਲੋ ਜੀ ਉੱਥੋਂ ਛੱਡ ਕੇ ਸੇਵਾ ਤੇ ਇੱਟਾਂ ਵਾਲੇ ਪਾਸੇ ਲੱਗ ਜਾਂਦੇ। ਭਾਵ ਮਹਾਰਾਜ ਦੇ ਦਰਸ਼ਨਾਂ ਦੀ ਪਿਆਸ ਕਰਕੇ ਮਹਾਰਾਜ ਦੇ ਅੱਗੇ ਹੋ ਕੇ ਨਾਲੇ ਦਰਸ਼ਨ ਕਰ ਲੈਂਦੇ, ਨਾਲੇ ਸੇਵਾ ਕਰੀ ਜਾਂਦੇ ਆ। ਤੇ ਜਦੋਂ ਫਿਰ ਮਹਾਰਾਜ ਬਰਾਜ ਜਾਂਦੇ ਆ ਜਾਂ ਪਾਸੇ ਆਸੇ ਚਲੇ ਜਾਂਦੇ ਆ ਹਜ਼ੂਰ, ਫਿਰ ਭਾਈ ਬਹਿਲੋ ਜੀ ਇੱਟਾਂ ਵਾਲੇ ਪਾਸੇ ਪਜਾਵਿਆਂ ਤੇ ਸੇਵਾ ਕਰਨ ਲੱਗ ਜਾਂਦੇ ਆ। ਸੁਪਤ ਹੈ ਅਲਪ ਜਾਮਨੀ ਜਾਨ। ਤੇ ਬਹੁਤ ਰਾਤ ਜਾਣ ਕੇ ਬੜਾ ਥੋੜਾ ਜਿਹਾ ਆਰਾਮ ਕਰਦੇ, ਕੁਝ ਸਮਾਂ ਹੀ ਭਾਈ ਸਾਹਿਬ ਜੀ ਲੱਕ ਸਿੱਧਾ ਕਰਦੇ ਆ। ਸੇਵਹਿ ਸਰਬ ਸਮੈ ਹਿਤ ਠਾਨ। ਤੇ ਦਿਨ ਰਾਤ ਹੀ ਸਦਾ ਹੀ ਪ੍ਰੇਮ ਕਰਕੇ ਮਹਾਰਾਜ ਦੇ ਘਰ ਦੀ ਸੇਵਾ ਕਰਦੇ ਨੇ। ਚੁਦਾ ਪਿਪਾਸਾ ਨੀਂਦ ਨ ਜਾਣਹਿ। ਆ ਭੁੱਖ ਪਿਆਸ ਨੀਂਦ ਸਾਰੀ ਛੱਡ ਦਿੱਤੀ, ਨਹੀਂ ਜਾਣਦੇ, ਪਰਵਾਹ ਨਹੀਂ ਕਰਦੇ ਆ। ਆਲਸ ਬਿਨ ਸੇਵਾ ਸਭ ਧਨ ਹੈ। ਤੇ ਉਦਮ ਸਹਿਤ ਆਲਸ ਤਿਆਗ ਕੇ ਭਾਈ ਸਾਹਿਬ ਦੀ ਬੜੀ ਸੇਵਾ ਕਰਦੇ ਆ, ਤਤਪਰ ਹੋ ਕਰ। ਜਬ ਗੁਰ ਮਿਲੈ ਲਾਏ ਟੱਕਰ ਹੈ। ਤੇ ਜੇ ਕਿਤੇ ਗੁਰੂ ਅਰਜਨ ਦੇਵ ਮਹਾਰਾਜ ਦਿਸ ਜਾਣ ਤੇ ਫਿਰ ਉੱਥੇ ਹੀ ਖੜ ਜਾਂਦੇ ਆ, ਸਤਿਗੁਰਾਂ ਦਾ ਮੁਖ ਵੇਖੀ ਜਾਂਦੇ ਨੇ ਟਕ ਲਾ ਕੇ। ਜਥਾ ਚਕੋਰ ਚੰਦ ਕੋਚ ਹੈ। ਇੰਨਾ ਪ੍ਰੇਮ ਮਹਾਰਾਜ ਦੇ ਸਤਿਗੁਰਾਂ ਦੇ ਦਰਸ਼ਨਾਂ ਨਾਲ ਜਿਵੇਂ ਚਕੋਰ ਦਾ ਚੰਦਰਮਾ ਨਾਲ ਹੁੰਦਾ ਹੈ। ਕਾਰ ਈਂਟ ਕਾ ਕਰਹਿ ਪਚਾਵੈ। ਇਸ ਤਰ੍ਹਾਂ ਕੱਚੀਆਂ ਇੱਟਾਂ ਫਿਰ ਪੁਜਾਵਿਆਂ ਵਾਲੇ ਪਾਸੇ ਪਜਾਉਣ ਦੀ ਸੇਵਾ ਕਰਦੇ ਆ। ਭਲੀ ਰੀਤ ਕਰ ਪ੍ਰੇਮ ਪਕਾਵੈ। ਤੇ ਬੜੇ ਪ੍ਰੇਮ ਦੇ ਤਰੀਕੇ ਦੇ ਨਾਲ, ਵਿਧੀ ਨਾਲ, ਸਿਆਣਪ ਨਾਲ ਫਿਰ ਇੱਟਾਂ ਪਕਾਉਂਦੇ ਆ। ਪੁਨ ਭਾਈ ਭਗਤੂ ਚਲਵਾਇਓ। ਇੰਨੇ ਨੂੰ ਕਵੀ ਜੀ ਕਹਿੰਦੇ ਫਿਰ ਇੱਕ ਦਿਨ ਸੇਵਾ ਕਰਦਿਆਂ ਨੂੰ ਬੜਾ ਸਮਾਂ ਲੰਘਿਆ ਭਾਈ ਬਹਿਲੋ ਜੀਆਂ ਨੂੰ। ਤੇ ਜਿਹੜੇ ਮਾਲਵੇ ਭਗਤੇ ਕੇ ਇਹ ਭਾਈ ਭਗਤੂ ਜੀ ਆ ਨਾ, ਬਾਬਾ ਆਦਮ ਦੇ ਸੁਪੁੱਤਰ, ਇੱਕ ਦਿਨ ਇਹ ਸਹਿ ਸੁਭਾ ਚੱਲ ਅੰਮ੍ਰਿਤਸਰ ਪਹੁੰਚੇ ਆ। ਤੀਰਥਕਾਰ ਕਰਨ ਚਿਤ ਲਾਇਓ। ਤੇ ਬੜਾ ਚਿੱਤ ਲਾਇਆ। ਭਾਈ ਭਗਤੂ ਜੀ ਵੀ ਬੜੇ ਵੱਡੇ ਸੇਵਕ ਹੋਏ ਤੇ ਬੜੇ ਪ੍ਰੇਮ ਨਾਲ ਸੇਵਾ ਕਰ ਰਹੇ ਆ। ਸ਼੍ਰੀ ਗੁਰੂ ਰਾਮਦਾਸ ਬਚ ਕਹਿਓ। ਜਿਨ੍ਹਾਂ ਦੇ ਪਿਤਾ ਨੂੰ ਬਾਬਾ ਆਦਮ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਵਰਦਾਨ ਹੋਇਆ ਸੀ। ਜਿਸਨੇ ਜਨਮ ਜਗਤ ਮਹਿ ਲਹਿਓ। ਤੇ ਜਿਨ੍ਹਾਂ ਨੇ ਜਿਹੜਾ ਜਨਮ ਹੈ ਸਤਿਗੁਰਾਂ ਦੇ ਮੁਖ ਅਰਬਿੰਦ ਤੋਂ ਨਿਕਲੇ ਬਚਨ ਦੁਆਰਾ ਹੀ ਭਗਤੀ ਦੀ ਅੰਸ਼ ਤੋਂ ਭਾਈ ਭਗਤੂ ਪ੍ਰਗਟ ਹੋਏ ਸਨ। ਮ੍ਰਿਤਕਾ ਵਹਿਰ ਨਿਕਾਸੇ ਜਾਏ। ਇਹ ਵੀ ਆ ਕੇ ਸੇਵਾ ਕਰਦੇ ਆ ਤੇ ਨਿਤਾ ਪ੍ਰਤੀ ਮਿੱਟੀ ਪੁੱਟਣ ਦੀ, ਬਾਹਰ ਕੱਢਣ ਦੀ ਸੇਵਾ, ਟੋਕਰੀ ਢੋਂਦੇ ਆ। ਖਨ ਹੈ ਕਬਹਾਂ ਕਬ ਸੀਸ ਉਠਾਏ। ਤੇ ਵਾਰੀ ਵਾਰੀ ਭਾਈ ਬਹਿਲੋ ਜੀ ਕਦੇ ਪੁੱਟਣ ਲੱਗ ਜਾਂਦੇ, ਭਾਈ ਭਗਤੂ ਜੀ ਚੁੱਕਦੇ ਟੋਕਰੀ, ਕਦੇ ਭਾਈ ਭਗਤੂ ਜੀ ਪੱਟਦੇ ਮਿੱਟੀ ਟੋਕਰੀ ਭਰਦੇ ਆ, ਤੇ ਕਦੇ ਭਾਈ ਬਹਿਲੋ ਜੀ ਫਿਰ ਟੋਕਰੀ ਢੋਂਦੇ ਆ। ਇਸ ਤਰ੍ਹਾਂ ਆਪਸ ਵਿੱਚ ਪ੍ਰੇਮ ਕਰਦੀਆਂ ਰੂਹਾਂ ਗੁਰੂ ਕੇ ਸਿੱਖ ਪਾਵਨ ਪਵਿੱਤਰ ਅੰਮ੍ਰਿਤਸਰ ਸਾਹਿਬ ਸਤਿਗੁਰਾਂ ਦੇ ਪਾਵਨ ਦਰ ਕਰ ਸਰੋਵਰ ਦੀ ਜਿਹੜੀ ਹੈ ਉਹ ਸੇਵਾ ਕਰ ਰਹੇ ਹੈ। ਤੋ ਇਹ ਪਾਵਨ ਪਵਿੱਤਰ ਪ੍ਰਸੰਗ ਗੁਰੂ ਕੇ ਸਿੱਖਾਂ ਦੀ ਸੇਵਾ ਦਾ, ਸ਼ਰਧਾ ਦਾ, ਪ੍ਰੇਮ ਦਾ, ਭਾਵਨਾ ਦਾ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ। ਸਾਨੂੰ ਵੀ ਮਾਰੇ ਸੱਚੇ ਪਾਤਸ਼ਾਹ ਜੀ ਇਹੋ ਜਿਹੇ ਸਿੱਖਾਂ ਵਰਗਾ ਜੀਵਨ ਬਖਸ਼ਿਸ਼ ਕਰਨ। ਸਾਡੀ ਵੀ ਗੁਰੂ ਗਰੀਬ ਨਵਾਜ ਦੇ ਇਸ ਦਰ ਦੇ ਨਾਲ ਪ੍ਰੀਤੀ ਬਣ ਆਵੇ। ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਵੀ ਇਸ ਤਰ੍ਹਾਂ ਹੀ ਗਰੀਬ ਨਵਾਜ ਸੇਵਾ ਦੀ ਭਾਵਨਾ ਬਖਸ਼ਿਸ਼ ਕਰਨ। ਗੁਰੂ ਗਰੀਬ ਨਵਾਜ ਤੋਂ ਅੱਗੇ ਸਾਧ ਸੰਗਤ ਜੀ ਭਾਈ ਬੁੱਧੂ ਜੀ ਦਾ, ਭਾਈ ਲੱਖੂ ਜੀ ਦਾ ਪ੍ਰਸੰਗ ਆਵੇਗਾ। ਭਾਈ ਬੁੱਧੂ ਜੀ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਹੋਏ, ਇਹ ਵੀ ਜਿਵੇਂ ਆ ਭੱਠਿਆਂ ਦੀ ਕਾਰ ਹੈ ਤੇ ਕਿਹਦਾ ਆਵਿਆਂ ਦਾ ਕਾਰਜ ਕਰਦੇ ਸਨ। ਤੇ ਉਹ ਜਦੋਂ ਫਿਰ ਉਹ ਲੰਗਰ ਕੀਤਾ ਕਿਸੇ ਸਾਰਿਆਂ ਸਿੱਖਾਂ ਦਾ ਤੇ ਛਕਾ ਦਿੱਤਾ। ਭਾਈ ਲੱਖੂ ਜੀ ਥੋੜਾ ਦੇਰ ਹੋ ਗਈ ਸੀ ਆਉਣ ਤੇ ਭਾਈ ਬੁੱਧੂ ਜੀ ਜਦੋਂ ਇਹਦੇ ਘਰੇ ਆਏ ਨਾ, ਭਾਈ ਬੁੱਧੂ ਜੀ ਦੇ ਭਾਈ ਲੱਖੂ ਜੀ, ਤੇ ਕਹਿੰਦੇ ਹੁਣ ਲਿਆਓ ਪ੍ਰਸ਼ਾਦਾ।
ਕਹਿੰਦੇ ਹੁਣ ਭਾਈ ਤੂੰ ਲੇਟ ਹੋ ਗਿਆ, ਹੁਣ ਤਾਂ ਵਰਤ ਗਿਆ ਸਾਰਾ, ਕਿਉਂਕਿ ਉਹ ਜਿਵੇਂ ਆ ਮਹੂਰਤ ਕਰਦੇ ਉਹ ਇੱਟਾਂ ਪਾਈਆਂ ਸੀ ਪਜਾਵੇ ਵਿੱਚ ਤੇ ਅੱਗ ਦੇਣੀ ਸੀ, ਤੇ ਉਹ ਇਸ ਕਰਕੇ ਛਕਾਇਆ। ਚਲੋ ਮਹਾਰਾਜ ਦੇ ਸਿੱਖਾਂ ਦੇ ਚਰਨ ਪਰਸੇ। ਤੇ ਭਾਈ ਬੁੱਧੂ ਜੀ ਕਹਿੰਦੇ ਹੁਣ ਤਾਂ ਵਰਤ ਗਿਆ, ਲੇਟ ਹੋ ਗਏ, ਪਹਿਲਾਂ ਆਉਣਾ ਸੀ, ਕਹਿੰਦੇ ਨਹੀਂ ਛਕਾਇਆ ਤੇ ਤੇਰਾ ਇਹ ਆਵੇ ਕੱਚੇ ਹੀ ਰਹਿਣਗੇ। ਕਹਿੰਦੇ ਤੂੰ ਜੋ ਮਰਜ਼ੀ ਕਹਿ, ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੋਇਆ ਵੀ ਪੱਕੇ ਨਿਕਲਣਗੇ। ਅਰਦਾਸ ਮਹਾਰਾਜ ਤੇ ਕੀਤੀ ਆ, ਮਹਾਰਾਜ ਦੇ ਚਰਨਾਂ 'ਚ ਕੀਤੀ, ਤੂੰ ਕੌਣ ਹੈ? ਕਹਿੰਦੇ ਵੇਖ ਲਵਾਂਗੇ ਭਾਈ। ਤੇ ਜਦੋਂ ਫਿਰ ਉਹ ਖੋਲੇ ਸੀ ਨਾ ਸਾਰੇ ਪਜਾਵੇ ਤੇ ਸਾਰੇ ਹੀ ਪਿੱਲੇ ਨਿਕਲੇ ਸੀ। ਤੇ ਫਿਰ ਬੇਨਤੀ ਕੀਤੀ, ਮਹਾਰਾਜ ਵੀ ਤੁਸੀਂ ਕਹਿੰਦੇ ਸੀ ਪੱਕੇ ਨਿਕਲਣਗੇ, ਤੇ ਭਾਈ ਲੱਖੂ ਨੇ ਆਖਿਆ ਸੀ ਨਹੀਂ ਕੱਚੇ ਹੀ ਰਹਿਣਗੇ, ਮੈਨੂੰ ਪ੍ਰਸ਼ਾਦਾ ਨਹੀਂ ਛਕਾਇਆ। ਤੇ ਮਹਾਰਾਜ ਵੇਖੋ ਵੀ ਸਿੱਖ ਨੇ ਤੁਹਾਡਾ ਵੀ ਬਚਨ ਕੱਟ ਦਿੱਤਾ ਵੀ ਉਹਦੇ ਆਖੇ ਆਵੇ ਕੱਚੇ ਰਹੇ। ਮਹਾਰਾਜ ਕਹਿੰਦੇ ਭਾਈ ਕੋਈ ਨਾ, ਇਹ ਆਵੇ ਕੱਚੇ ਰਹੇ ਪਰ ਵਿਕਣਗੇ ਪੱਕਿਆਂ ਵਾਂਗੂ ਹੀ। ਉਹ ਬਾਦਸ਼ਾਹ ਦੇ ਕਿਲੇ ਦੀ ਕੰਧ ਡਿੱਗ ਪਈ, ਫਿਰ ਇੱਟਾਂ ਦੀਆਂ ਪੱਕੇ ਭਾਈ ਵਿਕੀਆਂ ਸੀ। ਤੇ ਮਹਾਰਾਜ ਨੇ ਫਿਰ ਜਨਾਇਆ ਸੀ ਸਿੱਖਾਂ ਨੂੰ ਵੀ ਕੋਈ ਕਰਨੀ ਵਾਲਾ ਸਿੱਖ ਹੋਵੇ ਅਸੀਂ ਉਹਦੀ ਲਾਜ ਰੱਖਦੇ ਹਾਂ, ਉਹਦਾ ਬਚਨ ਜਿਹੜਾ ਨਾ ਪਗਾਉਣ ਵਾਸਤੇ ਅਸੀਂ ਆਪ ਦਾ ਬਚਨ ਵੀ ਹਟਾ ਲੈਂਦੇ ਹਾਂ। ਤੋ ਇਹ ਪਾਵਨ ਪਵਿੱਤਰ ਪ੍ਰਸੰਗ ਕੱਲ੍ਹ ਆਵੇਗਾ। ਨਿਤਾ ਪ੍ਰਤੀ ਆਪਾਂ ਹਾਜ਼ਰੀਆਂ ਭਰ ਕੇ ਸੁਣੀਏ ਜੀ। ਹੋਈਆਂ ਫੁੱਲਾਂ ਦੀ ਖਿਮਾ, ਗੁਰੂ ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸ਼੍ਰੀ ਗੁਰੂ ਰਾਮਦਾਸ ਬਚ ਕਹਿਓ, ਜਿਸ ਨੇ ਜਨਮ ਜਗਤ ਮਹਿ ਲਹਿਓ। ਮ੍ਰਿਤਕਾ ਬਹਿਰ ਨਿਕਾਸੇ ਜਾਏ, ਖਨਹਿ ਕਬਹਾ ਕਬ ਸੀਸ ਉਠਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।